ਨਿਰੰਤਰ ਜਿਹੜੇ ਹੈਗੇ ਐਡਮਿਸ਼ਨ ਵਧੀ ਜਾ ਰਹੇ ਆ। ICU ਦੀ ਜਿਹੜੀ ਹੈਗੀ ਦਰ ਉਹ ਵੀ ਵਧੀ ਆ, ਕੁਛ ਮੌਤਾਂ ਦੀ ਦਰ ਵੀ ਵਧੀ ਆ। ਅੱਜ ਹੀ ਖਬਰ ਜਿਹੜੀ ਬ੍ਰੇਕਿੰਗ ਨਿਊਜ਼ ਹੈਗੀ ਓਨਟਾਰੀਓ 'ਚ ਉਹਨਾਂ ਦੇ ਚੀਫ ਮੈਡੀਕਲ ਆਫਿਸਰ ਨੇ ਹੁਣੇ ਸ਼ੇਅਰ ਕੀਤੀ ਆ। ਆਊਟਡੋਰ 25 ਤੋਂ ਜ਼ਿਆਦਾ ਇਕੱਠੇ ਨਹੀਂ ਹੋ ਸਕਦੇ ਤੇ ਇਨਡੋਰ 10 ਤੋਂ ਜ਼ਿਆਦਾ ਨਹੀਂ ਹੋ ਸਕਦੇ, ਕਿਉਂਕਿ ਵਾਇਰਸ ਹੈਗਾ, ਵਾਇਰਸ ਕਿੱਥੇ ਨਹੀਂ ਗਿਆ ਔਰ ਇਹ ਕਮਿਊਨਿਟੀ 'ਚ ਹੈਗਾ, ਇਹਨੇ ਰਹਿਣਾ ਔਰ ਮੈਨੂੰ ਲੱਗਦਾ ਕਈ ਵਰੇ ਰਹਿਣਾ। ਡਾਕਟਰ ਬੌਨੀ ਹੰਡਰੀ ਸੋਚ ਰਹੇ ਵੀ ਅਸੀਂ ਕਰੀਬਨ 20,000 ਟੈਸਟਿੰਗ ਰੋਜ਼ ਕਰਨਾ ਮੰਗਦੇ ਹਾਂ। ਜਦੋਂ ਟੈਸਟਿੰਗ ਦੀ ਗੱਲ ਹੁੰਦੀ ਅਜੇ ਵੀ ਹੈਲਥ ਕੈਨੇਡਾ ਉਹੀ ਪੁਰਾਣਾ ਸਿਸਟਮ ਹੀ ਲੈ ਕੇ ਚੱਲ ਰਿਹਾ ਜਿਸ 'ਚ ਅਸੀਂ PCR ਯੂਜ਼ ਕਰਦੇ ਸੀ। ਨੱਕ ਦੇ ਵਿੱਚ ਪਿੱਛੇ ਤੁੰਬਾ ਪਾਉਣਾ, ਉਹਦਾ ਸੈਂਪਲ ਲੈਣਾ, ਫਿਰ ਭੇਜਣਾ। ਅਜੇ ਵੀ ਕਰੀਬਨ 36 ਘੰਟੇ ਬਾਅਦ ਹੀ ਰਿਜ਼ਲਟ ਮਿਲਦਾ ਅਗਰ ਆਪਾਂ ਫਾਸਟ ਵੀ ਉਹਨੂੰ ਕਰੀਏ। ਜਿਹੜਾ ਨਾ ਥੁੱਕ ਦਾ ਟੈਸਟ ਹੈ ਅਮਰੀਕਾ 'ਚ ਦੇ ਉਹ ਵੈਲਿਡ ਆ ਔਰ ਯੂਜ਼ ਕੀਤਾ ਜਾ ਰਿਹਾ ਔਰ ਹੈਲਥ ਕੈਨੇਡਾ ਉਹਨੂੰ ਰਿਵਿਊ ਕਰ ਰਿਹਾ ਔਰ ਮੈਨੂੰ ਲੱਗਦਾ ਜਦੋਂ ਸਲਾਈਵਾ ਟੈਸਟ ਆਊਗਾ, ਥੁੱਕ ਦਾ ਟੈਸਟ ਆਊਗਾ, ਉਹ ਬਹੁਤ ਸੌਖਾ ਹੋ ਜਾਊਗਾ। ਇੱਕ ਤਾਂ ਮਤਲਬ ਅਸੀਂ ਸਕੂਲਾਂ ਦੇ ਵਿੱਚ, ਏਅਰਪੋਰਟਸ ਦੇ ਵਿੱਚ, ਹੋਰ ਸੈਂਟਰਸ ਦੇ ਵਿੱਚ ਉਹ ਵੀ ਕਰ ਸਕਾਂਗੇ ਜਾਂ ਘਰੋਂ ਵੀ ਪੇਸ਼ੈਂਟ ਜਿਹੜਾ ਹੈਗਾ ਉਹ ਕਰਕੇ ਭੇਜ ਸਕਦਾ ਲੈਬ ਨੂੰ। ਸੋ ਇਹ ਜਿਹੜਾ ਕਿਤੇ ਨਾ ਕਿਤੇ ਵਾਇਰਸ ਜਿਹੜਾ ਹੈਗਾ ਸਾਨੂੰ ਛੱਡਣ ਨਹੀਂ ਲੱਗਾ, ਸਾਨੂੰ ਆਪ ਸਭੇ ਰਹਿਣਾ ਪੈਣਾ ਔਰ ਵੈਕਸੀਨ ਜਿਹੜੀ ਹੈਗੀ ਆ ਜਦੋਂ ਆਊਗੀ ਉਦੋਂ ਮੇਰੀ ਬੇਨਤੀ ਹੈ ਕਿ ਵੀ ਆਪਾਂ ਸਾਰੇ ਲਾਈਏ, ਕਿਉਂਕਿ ਅਗਰ ਅਸੀਂ ਸਾਰਿਆਂ ਨੇ ਵੈਕਸੀਨ ਲਾਵਾਂਗੇ ਫਿਰ ਵੀ ਵਾਇਰਸ ਡਾਈ ਡਾਊਨ ਨਹੀਂ ਹੋਊਗਾ। ਸਾਨੂੰ ਕੋਵਿਡ ਦੇ ਨਾਲ ਕਈ ਵਾਰੇ ਰਹਿਣਾ ਪਊਗਾ। ਦੇਖੋ ਫਲੂ ਜਿਹੜਾ ਹੈਗਾ ਉਹਦੇ ਨਾਲ ਵੀ ਤੇ ਅਸੀਂ ਕਈ ਦਹਾਕਿਆਂ ਤੋਂ ਰਹਿ ਰਹੇ ਹਾਂ। ਅਸੀਂ ਫਲੂ ਸ਼ਾਟ ਲਾਉਂਦੇ ਹਾਂ ਜਦੋਂ ਆਉਂਦਾ ਹਰ ਸਾਲ। ਇਸ ਸਾਲ ਵੀ ਮੇਰੀ ਬੇਨਤੀ ਹੋਏਗੀ ਵੀ ਅਸੀਂ ਸਾਰੇ ਫਲੂ ਸ਼ਾਟ ਤਾਂ ਜ਼ਰੂਰ ਲਾਈਏ, ਜਿਹੜੀ ਵੈਕਸੀਨ ਹੈਗੀ ਆ ਉਹ ਤਾਂ ਲਾਈਏ, ਉਸ ਤੋਂ ਤਾਂ ਬਚੀਏ। ਚਾਈਨਾ ਦੇ ਵਿੱਚ 3 ਵੈਕਸੀਨ ਆਲਰੇਡੀ ਮਾਰਕੀਟ 'ਚ ਉਹਨਾਂ ਨੇ ਜਿਹੜੀਆਂ ਹੈਗੀਆਂ ਇਨੋਕੂਲੇਟ ਕਰਨੀ ਸ਼ੁਰੂ ਕਰ ਦਿੱਤੀਆਂ। ਜਿਹੜੀਆਂ ਹੁਣ ਮੈਂ ਦੱਸਿਆ ਸੀ ਨਾ 9 ਕੰਪਨੀਆਂ ਜਿਹੜਾ ਫੇਜ਼ 3 ਟਰਾਇਲ ਆ, 4 ਉਹਦੇ ਵਿੱਚ ਚਾਈਨਾ ਦੀ। ਸੋ ਆਲਮੋਸਟ 50% ਜਿਹੜਾ ਫੇਜ਼ 3 ਟਰਾਇਲ ਹੈ ਉਹ ਚਾਈਨਾ ਦੇ ਵਿੱਚ ਕੰਪਨੀਆਂ ਜਿਹੜੀਆਂ ਉਹਨੂੰ ਕਰ ਰਹੀਆਂ। ਮੁੜ ਕੇ ਦੁਬਾਰਾ ਕੋਵਿਡ ਜੇ ਉਨਾ ਵੱਧ ਜਾਂਦਾ ਜਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਜਾਂਦਾ ਜਿਹੜਾ ਅਪ੍ਰੈਲ ਦੇ ਵਿੱਚ ਕੈਨੇਡਾ ਜਾਂ BC ਦੇ ਵਿੱਚ ਸੀਗਾ, ਕੀ ਇਹ ਸਾਰਾ ਲੋਕਡਾਊਨ ਉਹਦੇ ਤੋਂ ਸਖਤ ਹੋ ਜਾਊਗਾ ਜਾਂ ਚੱਲੀ ਜਾਊਗਾ? ਦੇਖੋ ਅਸੀਂ ਲਰਨ ਕੀਤਾ ਵੀ ਲੋਕਡਾਊਨ ਜਿਹੜਾ ਹੈਗਾ ਉਹਦੇ ਨਾਲ ਕੇਸਿਸ ਤਾਂ ਘਟਦੇ। ਅਸੀਂ ਇਹ ਵੀ ਲਰਨ ਕੀਤਾ ਵੀ ਜਦੋਂ ਅਸੀਂ ਲੋਕਡਾਊਨ ਖੋਲ੍ਹਦੇ ਹਾਂ ਕੇਸਿਸ ਵੱਧਦੇ। ਸੋ ਸਿਲੈਕਟਿਵ ਲੋਕਡਾਊਨ ਸ਼ਾਇਦ ਹੋ ਸਕਦਾ ਬਟ ਕੰਪਲੀਟ ਨਹੀਂ ਹੋਗਾ। ਜਿੱਦਾਂ ਅਸੀਂ 2 ਮਹੀਨੇ ਉਦੋਂ ਪਹਿਲਾਂ ਬਿਲਕੁਲ ਕੀਤਾ ਸੀ ਉਹ ਨਹੀਂ ਹੋਊਗਾ। ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅਸੀਂ ਗੱਲਬਾਤ ਕਰਨ ਲਈ ਅੱਜ ਹਾਜ਼ਰ ਹੋਏ ਹਾਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਦੇ ਨਾਲ। ਕੋਵਿਡ-19 ਬਾਰੇ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ, ਬੜੇ ਅਸੀਂ ਪ੍ਰੋਗਰਾਮ ਕਰ ਲਏ, ਬੜੇ ਲੰਬੇ ਦੇਰ ਤੋਂ ਗੱਲਬਾਤ ਕਰ ਰਹੇ ਹਾਂ। ਮੈਨੂੰ ਲੱਗਦਾ ਇੰਨੀ ਇਨਫੋਰਮੇਸ਼ਨ ਪਿਛਲੇ ਸਮੇਂ ਦੇ ਵਿੱਚ ਨਾ ਤੁਸੀਂ ਕਿਸੇ ਵਿਸ਼ੇ ਦੇ ਉੱਤੇ ਲਈ ਹੈ ਤਾਂ ਨਾ ਅਸੀਂ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ। ਪਰ ਅਜੇ ਵੀ ਇਹ ਮਾਮਲਾ ਕਿਤੇ ਨਾ ਕਿਤੇ ਠੰਡਾ ਨਹੀਂ ਪੈਂਦਾ ਲੱਗਦਾ। ਕਦੇ ਲੱਗਦਾ ਵੈਕਸੀਨ ਆ ਰਹੀ ਆ, ਫਿਰ ਕਹਿੰਦੇ ਇਹਨੂੰ ਅਜੇ ਟਾਈਮ ਲੱਗ ਜਾਣਾ, ਸਾਲ 1.5 ਸਾਲ ਲੱਗੂਗਾ, ਹੁਣ ਕਹਿੰਦੇ ਕਿਤੇ 5 ਸਾਲ ਲੱਗ ਜਾਣੇ ਆ ਇਹਨੂੰ ਪੂਰੀ ਡਿਸਟਰੀਬਿਊਟ ਕਰਦੇ ਕਰਦੇ, ਕਿਤੇ ਰੁਕ ਜਾਂਦਾ ਆ, ਕਿਤੇ ਕਿਤੇ ਇਹ ਵੀ ਗੱਲ ਆਉਂਦੀ ਹੈ ਵੀ ਇਹ ਤਾਂ ਖਤਮ ਨਹੀਂ ਹੋਣਾ, ਇਹ ਚੱਲੀ ਜਾਣਾ ਇਸੇ ਤਰ੍ਹਾਂ ਨਾਲ ਨਾਲ। ਬਹੁਤ ਸਾਰੇ ਜਿਹੜੇ ਇਸ ਵੇਲੇ ਅੰਕੜੇ ਆ ਉਹ ਬਦਲ ਰਹੇ ਆ। BC ਬਾਰੇ ਗੱਲਬਾਤ ਕਰਾਂਗੇ ਅਸੀਂ ਅੱਜ। ਕੈਨੇਡਾ ਬਾਰੇ ਕੀ ਅਪਡੇਟ ਆ, ਕੀ ਚੇਂਜਸ ਆ, ਵੈਕਸੀਨ ਬਾਰੇ ਕੋਈ ਜਾਣਕਾਰੀ ਦੇ ਵਿੱਚ ਨਵੀਂ ਕੋਈ ਜਾਣਕਾਰੀ ਆਈ ਆ ਜਾਂ ਇੱਥੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ BC ਦੇ ਵਿੱਚ ਕੀ ਹਾਲਾਤ ਹੋਣੇ ਆ, ਇਹਦੇ ਬਾਰੇ ਅਸੀਂ ਅਪਡੇਟ ਲੈਣ ਦੇ ਲਈ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਕੋਲ ਆਏ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਡਾਕਟਰ ਸਾਹਿਬ ਕੀ ਅਪਡੇਟ ਆ ਇਸ ਵੇਲੇ ਜੀ ਕੋਵਿਡ ਬਾਰੇ? ਦੇਖੋ BC ਦੇ ਵਿੱਚ ਪਿਛਲੇ ਕਰੀਬਨ 3-4 ਹਫ਼ਤੇ ਤੋਂ ਮਾਮਲੇ ਵੱਧਦੇ ਜਾ ਰਹੇ ਆ ਔਰ ਜਿਹੜੇ ਹੈਗਾ ਵਾਇਰਸ ਪਹਿਲਾਂ ਬਜ਼ੁਰਗਾਂ 'ਚ ਸੀ, ਹੁਣ ਯੂਥ 'ਚ ਸ਼ਿਫਟ ਹੋਇਆ। ਲੇਕਿਨ ਯੂਥ ਨੇ ਫਿਰ ਆਪਣੇ ਘਰਾਂ 'ਚ ਲਿਆਂਦਾ, ਫਿਰ ਘਰਾਂ ਤੋਂ ਉਹਨਾਂ ਦੇ ਮਾਪੇ, ਉਹਨਾਂ ਦੇ ਬਜ਼ੁਰਗ ਵੀ ਸਿੱਖ ਹੋ ਰਿਹਾ। ਨਿਰੰਤਰ ਜਿਹੜੇ ਹੈਗੇ ਐਡਮਿਸ਼ਨ ਵਧੀ ਜਾ ਰਹੇ ਆ। ICU ਦੀ ਜਿਹੜੀ ਹੈਗੀ ਦਰ ਉਹ ਵੀ ਵਧੀ ਆ, ਕੁਛ ਮੌਤਾਂ ਦੀ ਦਰ ਵੀ ਵਧੀ ਆ। ਸੋ ਇਸ ਲਈ ਜਿਹੜੀ ਸਾਡੀ ਕਰਵ ਬਿਲਕੁਲ ਜ਼ਮੀਨ ਦੇ ਨਾਲ ਟੱਚ ਕਰਦੀ ਸੀ, ਹੁਣ ਫਿਰ ਉਹ ਰਾਈਜ਼ ਕਰ ਰਹੀ ਹੈ ਔਰ ਇਹੀ ਅਸੀਂ 4 ਪ੍ਰੋਵਿੰਸ ਕੈਨੇਡਾ 'ਚ ਦੇਖ ਰਹੇ ਹਾਂ, ਜਿਹਦੇ ਵਿੱਚ ਸਭ ਤੋਂ ਅੱਗੇ ਹੈਗਾ ਓਨਟਾਰੀਓ, ਕਿਊਬੈਕ, ਅਲਬਰਟਾ ਤੇ ਫਿਰ ਬ੍ਰਿਟਿਸ਼ ਕੋਲੰਬੀਆ। ਬਾਕੀ ਜਿਹੜੇ ਪ੍ਰੋਵਿੰਸਿਸ ਆ ਉਹ 'ਚ ਅਜੇ ਠੰਡ ਪਈ ਹੋਈ ਹੈ, ਉਹ 'ਚ ਇੰਨਾ ਟਰਬਲ ਨਹੀਂ ਹੈਗਾ। ਉੱਥੇ ਮੇਰੇ ਖਿਆਲ ਨਾਲ ਆਵਾਜਾਈ ਵੀ ਘੱਟ ਆ, ਉੱਥੇ ਫੰਕਸ਼ਨਸ ਵੀ ਘੱਟ ਹੁੰਦੇ ਆ। ਇਹ ਜਿਹੜੇ ਕੀ ਕਹਿੰਦੇ ਜਿਉਂਦੇ ਜਾਗਦੇ ਪ੍ਰੋਵਿੰਸ ਆ, ਜਿਹੜੇ ਮੌਜ ਮਸਤੀ 'ਚ, ਬਿਜ਼ਨਸ 'ਚ, ਐਕਸ਼ਨ 'ਚ ਬਿਲੀਵ ਕਰਦੇ ਆ। ਸੋ ਜਿਹੜੀ ਬ੍ਰਿਟਿਸ਼ ਕੋਲੰਬੀਆ ਵਿੱਚ ਡਾਕਟਰ ਬੌਨੀ ਹੈਨਰੀ ਉਹ ਬਹੁਤ ਸਟ੍ਰਿਕਟ ਗਾਈਡਲਾਈਨਸ ਜਿਹੜੀਆਂ ਹੈਗੀਆਂ ਉਹਨਾਂ ਨੇ ਮੁਹੱਈਆ ਕੀਤੀਆਂ ਔਰ ਮੇਰੇ ਖਿਆਲ ਨਾਲ ਗਾਂ ਸਟ੍ਰਿਕਟਨੈਸ ਹੋਰ ਵਧੂਗੇ। ਜਿਹੜੇ ਸਕੂਲ ਆ ਉਹ ਬੰਦ ਨਹੀਂ ਹੋਣੇ, ਸਕੂਲਾਂ ਦੇ ਵਿੱਚ ਭਾਵੇਂ ਕੇਸ ਆ ਵੀ ਜਾਏ ਉੱਕਾ ਪੁੱਕਾ ਹੈ ਨਾ, ਸਕੂਲ ਬੰਦ ਨਹੀਂ ਹੋਣੇ, ਬਿਜ਼ਨਸ ਅਦਾਰੇ ਬੰਦ ਨਹੀਂ ਹੋਣੇ, ਮੈਡੀਕਲ ਫੈਕਲਟੀ ਚਲੋ ਤਾਂ ਪ੍ਰਾਇਓਰਟੀ ਹੈਗੀ ਆ, ਇਹ ਸਾਰੀਆਂ ਚੱਲਦੀਆਂ ਰਹਿਣਗੀਆਂ। ਅੱਜ ਹੀ ਖਬਰ ਜਿਹੜੀ ਬ੍ਰੇਕਿੰਗ ਨਿਊਜ਼ ਹੈਗੀ ਓਨਟਾਰੀਓ 'ਚ ਉਹਨਾਂ ਦੇ ਚੀਫ ਮੈਡੀਕਲ ਆਫਿਸਰ ਨੇ ਹੁਣੇ ਸ਼ੇਅਰ ਕੀਤੀ ਆ ਵੀ ਕੱਲ੍ਹ ਤੋਂ ਉੱਥੇ ਕਾਨੂੰਨ ਬਣ ਜਾਣਾ ਵੀ ਆਊਟਸਾਈਡ
10 ਤੋਂ ਜ਼ਿਆਦਾ ਲੋਕੀ ਇਕੱਠੇ ਨਹੀਂ ਹੋ ਸਕਦੇ, ਸੌਰੀ ਆਊਟਡੋਰ 25 ਤੋਂ ਜ਼ਿਆਦਾ ਇਕੱਠੇ ਨਹੀਂ ਹੋ ਸਕਦੇ ਤੇ ਇਨਡੋਰ 10 ਤੋਂ ਜ਼ਿਆਦਾ ਨਹੀਂ ਹੋ ਸਕਦੇ। ਔਰ ਯੂਕੇ ਨੇ ਆਲਰੇਡੀ 6 ਦੀ ਗੈਦਰਿੰਗ ਜਿਹੜੀ ਬਾਹਰ ਦੀ ਹੈਗੀ ਆ ਉਹਦੇ ਉੱਤੇ ਰਿਸਟ੍ਰਿਕਸ਼ਨ ਲਾਈ, ਕਿਉਂਕਿ ਯੂਕੇ 'ਚ ਵੀ ਨੰਬਰ ਵੱਧ ਰਹੇ ਸੀ, ਸਪੇਨ 'ਚ ਵੀ, ਸਾਊਥ ਕੋਰੀਆ ਵਗੈਰਾ ਵਗੈਰਾ। ਦੇਖੋ ਇਹ ਵਾਇਰਸ ਹੈਗਾ, ਵਾਇਰਸ ਕਿੱਥੇ ਨਹੀਂ ਗਿਆ ਔਰ ਇਹ ਕਮਿਊਨਿਟੀ 'ਚ ਹੈਗਾ, ਇਹਨੇ ਰਹਿਣਾ ਔਰ ਮੈਨੂੰ ਲੱਗਦਾ ਕਈ ਵਰੇ ਰਹਿਣਾ। ਔਰ ਇਹਦੇ ਨਾਲ ਸਾਨੂੰ ਰਹਿਣ ਦੇ ਲਈ ਇਹ 3 ਚੀਜ਼ਾਂ ਬੜੀਆਂ ਇੰਪੋਰਟੈਂਟ ਹੈ ਜਿਹੜੀਆਂ ਅਸੀਂ ਪਹਿਲਾਂ ਕਰ ਚੁੱਕੇ ਹਾਂ ਔਰ ਉਹਦੇ ਨਾਲ ਸਕਸੈਸ ਵੀ ਪਾ ਚੁੱਕੇ ਹਾਂ। ਉਹ ਹੈਗਾ ਪਹਿਲਾਂ ਫਿਜ਼ੀਕਲ ਡਿਸਟੈਂਸ 6 ਤੋਂ 8 ਫੁੱਟ ਦਾ। ਦੂਜਾ ਹੈਗਾ ਵੀ ਹੱਥ ਧੋਣੇ 20 ਸੈਕਿੰਡ, ਜਦੋਂ ਆਪਾਂ ਸਾਬਣ ਔਰ ਪਾਣੀ ਦੇ ਨਾਲ ਹੱਥ ਧੋਂਦੇ ਹਾਂ ਉਹਦੇ ਨਾਲ ਅਸੀਂ ਮੂਲ ਮੰਤਰ, ਗਾਇਤਰੀ ਮੰਤਰ, ਅੱਲਾ ਹੋ, ਜੋ ਵੀ ਤੁਹਾਡਾ ਇਸ਼ਟ ਕਹਿੰਦਾ। ਤੀਜਾ ਜਿਹੜਾ ਹੈਗਾ ਮਾਸਕ ਜ਼ਰੂਰ ਪਾਓ। ਜਿਹੜੇ ਨਾਨ ਮੈਡੀਕਲ ਮਾਸਕ ਹੈ ਉਹਨਾਂ ਦੀ ਬੈਨੀਫਿਟ ਹੈਗੀ ਆ, ਡਾਕਟਰਸ ਮੈਡੀਕਲ ਮਾਸਕ ਪਾਉਂਦੇ ਆ। ਜਦੋਂ ਆਪਾਂ ਸੰਘਣੀ ਗੈਦਰਿੰਗਸ ਅਵੋਇਡ ਕਰਦੇ ਆ ਸਾਡਾ ਰਿਸਕ ਘਟ ਜਾਂਦਾ। ਔਰ ਟੈਸਟਿੰਗ ਜਿਹੜੀ ਹੈਗੀ ਆ ਉਹ ਵੀ ਵਧੀਆ। ਬ੍ਰਿਟਿਸ਼ ਕੋਲੰਬੀਆ 'ਚ ਇਸ ਸਾਰੀ 8 ਤੋਂ 10,000 ਟੈਸਟ ਰੋਜ਼ ਹੋ ਰਹੇ ਆ। 98% ਟੈਸਟ ਨੈਗੇਟਿਵ ਆ ਰਹੇ ਆ, ਲੇਕਿਨ ਪੋਜ਼ੀਟਿਵ ਵੀ ਆਉਂਦੇ ਆ। ਹੁਣ ਦੂਜਾ ਦੁਖਾਂਤ ਬ੍ਰਿਟਿਸ਼ ਕੋਲੰਬੀਆ ਦੇ ਹੋ ਗਿਆ ਵੀ ਸਾਡੇ ਕੋਲ ਜਿਹੜਾ ਵਾਤਾਵਰਣ ਹੈ, ਪ੍ਰਦੂਸ਼ਣ ਦੀ ਲੈਵਲ ਉਹ ਵਧੀਆ। ਸੋ ਪਿਛਲੇ ਹਫਤੇ ਕਾਫੀ ਲੋਕਾਂ ਨੂੰ ਖੰਘ ਆ ਰਹੀ ਸੀ, ਸੁੱਕੀ ਖੰਘ, ਉਹ ਐਕਚੁਅਲੀ ਪੋਲਿਊਸ਼ਨ ਕਰਕੇ ਸੀ, ਲੇਕਿਨ ਲੋਕੀ ਡਰੇ ਸੀ, ਉਹ ਟੈਸਟਿੰਗ ਕਰਵਾਉਣ ਵੀ ਜਾਂਦੇ ਰਹੇ। ਠੀਕ ਹੈ, ਉਹਨਾਂ ਦਾ ਹੱਕ ਬਣਦਾ। ਟੈਸਟਿੰਗ ਕਾਫੀ ਲੋਕਾਂ ਦੀ ਨੈਗੇਟਿਵ ਆਈ ਆ। ਡਾਕਟਰ ਬੌਨੀ ਹਨਰੀ ਸੋਚ ਰਹੇ ਵੀ ਅਸੀਂ ਕਰੀਬਨ 20,000 ਟੈਸਟਿੰਗ ਰੋਜ਼ ਕਰਨਾ ਮੰਗਦੇ ਹਾਂ। ਜਦੋਂ ਟੈਸਟਿੰਗ ਦੀ ਗੱਲ ਹੁੰਦੀ ਹੈ, ਅਜੇ ਵੀ ਹੈਲਥ ਕੈਨੇਡਾ ਉਹੀ ਪੁਰਾਣਾ ਸਿਸਟਮ ਹੀ ਲੈ ਕੇ ਚੱਲ ਰਿਹਾ ਜਿਸ 'ਚ ਅਸੀਂ PCR ਯੂਜ਼ ਕਰਦੇ ਸੀ। ਨੱਕ ਦੇ ਵਿੱਚ ਪਿੱਛੇ ਤੁੰਬਾ ਪਾਉਣਾ, ਉਹਦਾ ਸੈਂਪਲ ਲੈਣਾ, ਫਿਰ ਭੇਜਣਾ। ਅਜੇ ਵੀ ਕਰੀਬਨ 36 ਘੰਟੇ ਬਾਅਦ ਹੀ ਰਿਜ਼ਲਟ ਮਿਲਦਾ ਅਗਰ ਆਪਾਂ ਫਾਸਟ ਵੀ ਉਹਨੂੰ ਕਰੀਏ। ਜਿਹੜਾ ਨਾ ਥੁੱਕ ਦਾ ਟੈਸਟ ਹੈ ਅਮਰੀਕਾ 'ਚ, ਤੇ ਉਹ ਵੈਲਿਡ ਆ ਔਰ ਯੂਜ਼ ਕੀਤਾ ਜਾ ਰਿਹਾ ਔਰ ਹੈਲਥ ਕੈਨੇਡਾ ਉਹਨੂੰ ਰਿਵਿਊ ਕਰ ਰਿਹਾ। ਔਰ ਮੈਨੂੰ ਲੱਗਦਾ ਜਦੋਂ ਸਲਾਈਵਾ ਟੈਸਟ ਆਊਗਾ, ਥੁੱਕ ਦਾ ਟੈਸਟ ਆਊਗਾ, ਉਹ ਬਹੁਤ ਸੌਖਾ ਹੋ ਜਾਊਗਾ। ਇੱਕ ਤਾਂ ਮਤਲਬ ਅਸੀਂ ਸਕੂਲਾਂ ਦੇ ਵਿੱਚ, ਏਅਰਪੋਰਟਸ ਦੇ ਵਿੱਚ, ਹੋਰ ਸੈਂਟਰਸ ਦੇ ਵਿੱਚ ਉਹ ਵੀ ਕਰ ਸਕਾਂਗੇ, ਜਾਂ ਘਰੋਂ ਵੀ ਪੇਸ਼ੈਂਟ ਜਿਹੜਾ ਹੈਗਾ ਉਹ ਕਰਕੇ ਭੇਜ ਸਕਦਾ ਲੈਬ ਨੂੰ। ਸੋ ਇਹਦੇ ਵਿੱਚ ਜਿਹੜੀ ਕਲੈਕਸ਼ਨ ਜਿਹੜੀ ਹੈਗੀ ਆ ਉਹ ਠੀਕ ਰਹੇਗੀ ਔਰ ਉਹਦੀ ਵੀ ਸੈਂਸਿਟੀਵਿਟੀ ਲਗਭਗ ਜਿਹੜਾ ਗੋਲਡ ਸਟੈਂਡਰਡ ਸਾਡਾ ਹੋਮ ਟੈਸਟ ਹੈ, PCR ਟੈਸਟ ਜਿਹਨੂੰ ਕਹਿੰਦੇ ਪੋਲੀਮਰੇਜ਼ ਚੇਨ ਰਿਐਕਸ਼ਨ ਟੈਸਟ, ਉਹਦੇ ਨਾਲ ਰਲਦਾ ਮਿਲਦਾ। 1 ਪੁਆਇੰਟ ਘੱਟ ਆ, 97% ਇਹਦੀ ਸੈਂਸਿਟੀਵਿਟੀ ਹੈਗੀ ਆ। ਸੋ ਸਾਨੂੰ ਕਿਤੇ ਨਾ ਕਿਤੇ ਟੈਸਟਿੰਗ ਦੇ ਜਿਹੜੇ ਮੈਥਡ ਉਹ ਇੰਪਰੂਵ ਕਰਨੇ ਪੈਣੇ ਆ। ਟੈਸਟਿੰਗ ਮੁਹੱਈਆ ਕਰਨ ਦੀ ਜਿਹੜੀ ਹੈਗੀ ਆ ਉਹ ਵਿਧੀ ਵਿਧਾਨ ਵਧਾਉਣਾ ਪੈਣਾ, ਕਿਉਂਕਿ ਬਹੁਤ ਜਗ੍ਹਾ 'ਚ ਲਾਈਨਅਪ ਅਜੇ ਵੀ ਲੋਕੀ ਕਹਿੰਦੇ ਆ ਵੀ 4-4 6-6 ਘੰਟੇ ਉਹਨਾਂ ਨੂੰ ਵੇਟ ਕਰਨਾ ਪੈਂਦਾ। ਔਰ ਜਦੋਂ ਇੱਕ ਵਿਅਕਤੀ ਅਗਰ ਕਹੇ ਵੀ ਮੇਰਾ ਹੁਣ ਕੋਵਿਡ ਟੈਸਟਿੰਗ ਕਰਨਾ, ਉਹਦੇ ਬਾਅਦ ਉਹ ਸਾਰਾ ਕਮਰਾ ਫਿਰ ਉਹਨਾਂ ਨੂੰ ਸਾਫ਼ ਕਰਨਾ ਪੈਂਦਾ, ਨਰਸਿਸ ਨੂੰ ਆਪਣੇ ਜਿਹੜੇ ਗਾਊਨ ਪਾਏ ਉਹ ਦੁਬਾਰਾ ਚੇਂਜ ਸੋ ਟਾਈਮ ਬਹੁਤ ਲੱਗਦਾ ਇਨ ਬਿਟਵੀਨ, ਹੈ ਨਾ, ਤਾਂ ਕਿ ਅਸੀਂ ਇੱਕ ਤੋਂ ਦੂਜੇ ਨੂੰ ਸਪਰੈਡ ਨਾ ਕਰੀਏ। ਹੁਣ ਕੈਨੇਡਾ ਭਰ ਦੇ ਵਿੱਚ ਵੀ ਇਸ ਵਾਰੀ 1,40,000 ਦੇ ਮਾਮਲੇ ਪਹੁੰਚ ਗਏ ਆ, ਕਰੀਬਨ 9,200 ਮੌਤਾਂ ਹੋਈਆਂ। ਠੀਕ ਹੈ, ਅਮਰੀਕਾ ਦੇ ਕੰਪੈਰੀਜ਼ਨ 'ਚ ਅਸੀਂ ਮੱਚ ਬੈਟਰ ਹੈਗੇ ਆ। ਅਮਰੀਕਾ ਨੰਬਰ 1 'ਚ 6.7 ਬਿਲੀਅਨ, 2 ਲੱਖ ਤੋਂ ਜ਼ਿਆਦਾ ਮੌਤਾਂ ਹੋਈਆਂ। ਔਰ ਮੈਂ ਤੀਜੀ ਵਾਰੀ ਕਹਿ ਰਿਹਾ ਵੀ ਜਦ ਤੱਕ ਇਹ ਮਹਾਮਾਰੀ ਨਹੀਂ ਹਟਦੀ, ਅਮਰੀਕਾ ਆਲਮੋਸਟ 400,000 ਲੋਕੀ ਉੱਥੇ ਜਾਨ ਖੋਣਗੇ। ਔਰ ਹਿੰਦੁਸਤਾਨ ਨੇ ਆਉਣ ਵਾਲੇ ਮਹੀਨੇ 'ਚ ਅਮਰੀਕਾ ਨੂੰ ਓਵਰਟੇਕ ਕਰ ਜਾਣਾ। 5.2 ਮਿਲੀਅਨ ਕੇਸਿਸ ਹੈਗੇ ਆ, ਕਰੀਬਨ 1 ਲੱਖ ਦੇ ਲਾਗੇ ਜਾਗੇ ਉਹ ਵੀ ਉੱਪਰ ਰਹੇ ਨੇ ਡੈਥ ਦੇ ਮਾਮਲਿਆਂ 'ਚ। ਸੋ ਇਹ ਜਿਹੜਾ ਕਿਤੇ ਨਾ ਕਿਤੇ ਵਾਇਰਸ ਜਿਹੜਾ ਹੈਗਾ ਸਾਨੂੰ ਛੱਡਣ ਨਹੀਂ ਲੱਗਾ, ਸਾਨੂੰ ਆਪ ਸੱਭਿਅ ਰਹਿਣਾ ਪੈਣਾ। ਔਰ ਵੈਕਸੀਨ ਜਿਹੜੀ ਹੈਗੀ ਆ ਜਦੋਂ ਆਊਗੀ ਉਦੋਂ ਮੇਰੀ ਬੇਨਤੀ ਹੈਗੀ ਵੀ ਆਪਾਂ ਸਾਰੇ ਲਾਈਏ, ਕਿਉਂਕਿ ਅਗਰ ਅਸੀਂ ਸਾਰਿਆਂ ਨੇ ਵੈਕਸੀਨ ਲਾਵਾਂਗੇ ਫਿਰ ਵੀ ਵਾਇਰਸ ਡਾਈ ਡਾਊਨ ਨਹੀਂ ਹੋਊਗਾ। ਡਾਕਟਰ ਸਾਹਿਬ, ਜਿਹੜੀ ਤੁਸੀਂ ਇੱਕ ਗੱਲ ਕਹੀ ਹੈ ਕਿ ਜੇ ਕੇਸ ਵਧੀ ਵੀ ਜਾਂਦੇ ਆ ਸਕੂਲਾਂ ਦੇ ਵਿੱਚ, ਸਕੂਲ ਬੰਦ ਨਹੀਂ ਹੋਣੇ, ਇਹਦਾ ਕੀ ਮਤਲਬ ਜੀ? ਇਹ ਤਾਂ 2-3 ਰੀਜ਼ਨ ਹੈ। ਪਹਿਲੇ ਤਾਂ ਸਕੂਲ ਦੇ ਜਿਹੜੇ ਨਾ ਸੇਫਟੀ ਔਰ ਗਾਈਡਲਾਈਨਸ ਜਿਹੜੇ ਹੈਲਥ ਦੇ ਉਹ ਸਟ੍ਰਿਕਟਲੀ ਫੋਲੋ ਕੀਤੇ ਜਾ ਰਹੇ, ਔਰ ਬੱਚਿਆਂ ਨੂੰ ਸਕੂਲਾਂ 'ਚ ਜਾਣਾ ਵੀ ਚਾਹੀਦਾ, ਜਿੱਥੇ ਵਿੱਦਿਆ ਲੈਣੀ ਆ, ਨਾਲ ਉਹਨਾਂ ਨੇ ਆਪਣੇ ਫਰੈਂਡਸ ਨੂੰ ਮਿਲਣਾ। ਮੈਂ ਪਿਛਲੇ 3-4 ਹਫ਼ਤੇ 'ਚ ਇੰਨੇ ਬੱਚੇ ਦੇਖਿਆ ਜਿਨ੍ਹਾਂ ਨੂੰ ਐਂਗਜ਼ਾਈਟੀ ਹੋਈ ਪਈ ਆ, ਜਿਨ੍ਹਾਂ ਨੂੰ ਸਟ੍ਰੈਸ ਹੋ ਗਿਆ। ਮੈਂ ਕਦੀ ਨਹੀਂ ਦੇਖਦਾ ਸੀ ਬੱਚਿਆਂ ਨੂੰ, ਬਹੁਤ ਘੱਟ ਕਹਿ ਲਓ ਵੀ ਸਾਲ 'ਚ 2-4 ਬੱਚੇ ਆ ਕੁਛ ਰੀਜ਼ਨ ਕਰਕੇ, ਲੇਕਿਨ ਬਹੁਤ ਸਾਰੇ ਬੱਚਿਆਂ ਨੂੰ ਐਂਗਜ਼ਾਈਟੀ ਹੋਈ ਹੈ, ਬਹੁਤ ਸਾਰੇ ਬੱਚਿਆਂ ਨੂੰ ਸਟ੍ਰੈਸ ਹੋ ਗਿਆ। ਸੋ ਉਹਦੇ 'ਚ ਕਰਦੇ ਕੀ ਹੈ ਡਾਕਟਰ ਸਾਹਿਬ ਬੱਚੇ 2-3 ਗੱਲਾਂ, ਇੱਕ ਨੀਂਦ ਉਹਨਾਂ ਦੀ ਖਰਾਬ ਹੋ ਜਾਂਦੀ, ਓਵਰ ਈਟਿੰਗ ਹੋ ਜਾਂਦੀ ਆ, ਉਹਨਾਂ ਨੂੰ ਫੀਅਰਸ, ਭੈੜੇ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਆ, ਉਹ ਜਿਹੜੇ ਹੈਗੇ ਆ ਐਂਗਰ ਉਹਨਾਂ ਦਾ ਬਿਲਡਅਪ ਹੋ ਜਾਂਦਾ, ਗੁੱਸਾ ਆਉਣਾ ਸ਼ੁਰੂ ਹੋ ਜਾਂਦਾ, ਮਾਂ ਬਾਪ ਦੀ ਗੱਲ ਨੂੰ ਲਿਸਨ ਨਹੀਂ ਕਰਦੇ। ਸੋ ਇੱਕ ਕਿਸਮ ਦਾ ਇੱਕ ਤਣਾਅ ਦਾ ਮਾਹੌਲ ਕ੍ਰੀਏਟ ਹੋ ਜਾਂਦਾ। ਸੋ ਬੱਚਿਆਂ ਨੂੰ ਖੇਡਣਾ ਮਲਣਾ ਚਾਹੀਦਾ, ਸਕੂਲ ਦੇ ਜਾਣਾ ਚਾਹੀਦਾ। ਸਕੂਲ ਦੇ ਜਿਹੜੇ ਵਿੱਦਿਆ ਦੇ ਅਦਾਰੇ ਦੇ ਨਾਲ ਨਾਲ ਜਿਹੜਾ ਓਵਰਆਲ ਸੋਸ਼ਲ ਡਿਵੈਲਪਮੈਂਟ ਹੈ ਔਰ ਇਮੋਸ਼ਨਲ ਡਿਵੈਲਪਮੈਂਟ ਆ ਉਹ ਵੀ ਇੰਪੋਰਟੈਂਟ ਹੈਗਾ। ਔਰ ਮੈਂ ਤਾਂ ਇਹ ਵੀ ਹੱਕ 'ਚ ਰਹੂੰਗਾ। ਔਰ 70% ਪੈਰੈਂਟਸ ਵੀ ਚਾਹੁੰਦੇ ਵੀ ਬੱਚੇ ਸਕੂਲੇ ਜਾਣ। ਹਾਲਾਂਕਿ ਪੈਰੈਂਟਸ ਕੋ ਆਪਸ਼ਨ ਹੈਗਾ, ਆਨਲਾਈਨ ਉਹ ਲੈ ਸਕਦੇ ਆ, ਉਹਨਾਂ ਨੂੰ ਕੋਈ ਜਬਰਨ ਨਹੀਂ ਕਹਿ ਰਹੇ, ਲੇਕਿਨ ਕਿਉਂਕਿ ਸਾਨੂੰ ਇਹ ਲੱਗਦਾ ਕਈ ਵਾਰੀ ਇਹਦੇ ਨਾਲ ਸਾਨੂੰ ਰਹਿਣਾ ਪੈਣਾ, ਇਸ ਲਈ ਕਿਉਂ ਅਸੀਂ ਬੱਚਿਆਂ ਨੂੰ ਕਈ ਵਾਰੀ ਡੱਕ ਕੇ ਰੱਖੀਏ।
4-5 ਮਹੀਨੇ ਦੀ ਲੋਕਡਾਊਨ 'ਚ ਉਹਨਾਂ ਦੀ ਮਾਨਸਿਕਤਾ ਕਿੰਨੀ ਵਿਗੜ ਗਈ ਹੈ, 4-5 ਸਾਲ ਡੱਕਿਆ ਤਾਂ ਉਹਨਾਂ ਦਾ ਕੀ ਹਾਲ ਹੋਊਗਾ। ਇੱਕ ਕਿਸਮ ਦਾ ਉਹਨਾਂ ਨੂੰ ਜੇਲ੍ਹ ਮਹਿਸੂਸ ਹੁੰਦੀ ਆ। ਹੁਣ ਉਹ ਛੋਟੇ ਆ, ਉਹ ਅੰਡਰਸਟੈਂਡ ਵੀ ਨਹੀਂ ਕਰ ਪਾਉਂਦੇ, ਉਹ ਖਾਲੀ ਫਿਰ ਉਹ ਕੀ ਕਹਿੰਦੇ ਐਕਟਿੰਗ ਆਊਟ ਬਿਹੇਵੀਅਰ 'ਚ ਹੀ ਉਹਨਾਂ ਦਾ ਬਿਹੇਵੀਅਰ ਜਿਹੜਾ ਸਾਹਮਣੇ ਆਉਂਦਾ ਵੀ ਉਹ ਰੈਜ਼ਿਸਟ ਕਰਦੇ ਆ, ਉਹਨਾਂ ਦਾ ਸੁਭਾਅ ਵਿਗੜ ਜਾਂਦਾ, ਉਹਨਾਂ ਦੇ ਬੱਚਿਆਂ ਦੇ ਵਿੱਚ ਆਪਸ 'ਚ ਕਲੈਸ਼ ਹੁੰਦਾ। ਹੁਣ ਘਰ ਦੇ ਵਿੱਚ ਕਈ ਵਾਰ ਇੱਕੋ ਟੀਵੀ ਹੁੰਦੀ ਆ, ਬੱਚੇ ਨੇ ਕੋਈ ਹੋਰ ਪ੍ਰੋਗਰਾਮ ਦੇਖਣਾ, ਉਹਨੇ ਦੂਜਾ ਦੇਖਣਾ ਹੁੰਦਾ, ਸੋ ਉਹ ਵੀ ਇੱਕ ਬਹੁਤ ਵੱਡੀ ਸਮੱਸਿਆ ਖੜੀ ਹੋਈ ਆ। ਬੱਚੇ 8-8 ਘੰਟੇ ਹੁਣ PS4 ਖੇਡੀ ਜਾ ਰਹੇ ਆ, ਪੂਰੀ ਰਾਤ ਖੇਡੀ, ਸੋ ਉਹਨਾਂ ਦੀ ਪੂਰੀ ਜਿਹੜਾ ਲਾਈਫ ਸਾਈਕਲ ਹੈਗਾ ਉਹਨਾਂ ਦਾ ਪੂਰਾ, ਉਹਨਾਂ ਦਾ ਜਿਹੜਾ ਡਿਸਪਲਿਨ ਦਾ ਮੈਕੈਨਿਜ਼ਮ ਹੈਗਾ ਉਹ ਸਾਰਾ ਵਿਗੜਿਆ ਪਿਆ, ਉਹ ਦਰੁਸਤ ਕਰਨਾ ਚਾਹੀਦਾ। ਦੂਜੀ ਗੱਲ ਮੈਂ ਪਹਿਲਾਂ ਵੀ ਸ਼ੇਅਰ ਕੀਤਾ ਸੀ, ਬ੍ਰਿਟਿਸ਼ ਕੋਲੰਬੀਆ 'ਚ ਸਿਰਫ 375 ਕੇਸਿਸ ਹੋਏ ਆ ਕੋਵਿਡ ਪੋਜ਼ਿਟਿਵ ਬੱਚਿਆਂ ਦੇ, ਔਰ ਜਿਹੜੀ ਕੈਨੇਡਾ ਦੇ ਵਿੱਚ ਸਾਡੀ ਕੈਨੇਡੀਅਨ ਪੀਡੀਆਟ੍ਰਿਕ ਸਰਵੇਲੈਂਸ ਪ੍ਰੋਗਰਾਮ, ਉਹਨਾਂ ਨੇ ਡੇਟਾ ਸ਼ੇਅਰ ਕੀਤਾ ਸੀ ਵੀ 111 ਬੱਚੇ ਦਾਖਲ ਹੋਏ ਸੀ ਹਸਪੀਟਲ 'ਚ ਜਿਨ੍ਹਾਂ ਨੂੰ ਕੋਵਿਡ ਹੋਇਆ ਪੂਰੇ ਕੈਨੇਡਾ 'ਚ। ਉਹਦੇ ਵਿੱਚ ਅੱਧੇ ਤੋਂ ਜ਼ਿਆਦਾ ਕੇਸਿਸ ਉਹ ਸੀ ਵੀ ਜੋ ਕੋਈ ਦੂਜੀ ਵਜ੍ਹਾ ਕਰਕੇ ਆਏ ਸੀ, ਵੀ ਕਿਸੇ ਦੀ ਲੱਤ ਟੁੱਟ ਗਈ, ਉਹਦੀ ਸਰਜਰੀ ਕਰਨੀ ਸੀ ਕਿ ਕੋਵਿਡ ਕਰ ਲਈਏ, ਉਹਦਾ ਪੋਜ਼ਿਟਿਵ ਆ ਗਿਆ, ਲੇਕਿਨ ਉਹਦੇ ਕੋਵਿਡ ਦੇ ਲੱਛਣ ਨਹੀਂ ਸੀ। 50% ਬੱਚੇ ਉਹ ਪੋਜ਼ਿਟਿਵ ਆਏ ਜਿਨ੍ਹਾਂ ਨੂੰ ਕੋਵਿਡ ਦੇ ਲੱਛਣ ਨਹੀਂ ਸੀ। ਸੋ ਉੱਥੇ ਕਹਿ ਸਕਦੇ ਹਾਂ ਵੀ ਬੱਚਿਆਂ ਦੇ ਵਿੱਚ ਕੋਵਿਡ ਬਹੁਤ ਘੱਟ ਹੁੰਦਾ, ਔਰ ਅਗਰ ਹੁੰਦਾ ਵੀ ਆ ਤਾਂ ਬਹੁਤ ਸਾਰੇ ਆਲਮੋਸਟ 99.9% ਰਿਕਵਰ ਵੀ ਕਰ ਜਾਂਦੇ ਆ। ਸੋ ਇਸ ਲਈ ਸਾਨੂੰ ਜਿਹੜਾ ਡਰ ਦਾ ਮਾਹੌਲ ਉਹਨਾਂ ਦੇ ਉੱਤੇ ਮੰਡਰਾ ਰਿਹਾ, ਕਾਲੇ ਬੱਦਲ, ਉਹ ਸਾਨੂੰ ਹਟਾਉਣੇ ਚਾਹੀਦੇ ਆ, ਔਰ ਉਹਨਾਂ ਨੂੰ ਫਿਰ ਉਹਨਾਂ ਦਾ ਬਚਪਨ ਫਿਰ ਦੇਣਾ ਚਾਹੀਦਾ। ਡਾਕਟਰ ਸਾਹਿਬ ਇੱਥੇ ਇਹੀ ਗੱਲ, ਇਹਦਾ ਹੀ ਮੈਂ ਅਗਲੀ ਜਿਹੜੀ ਅਗਲਾ ਇਹਦੇ ਨਾਲ ਜੁੜਦੀ ਗੱਲ ਆ ਕਿ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਕਿ ontario ਦੇ ਵਿੱਚ ਉਹਨਾਂ ਨੇ ਹੋਰ ਇਹਨੂੰ ਘਟਾ ਦੇਣਾ ਵੀ 25 ਤੇ 10, ਇੱਥੇ ਵੀ ਸ਼ਾਇਦ ਸਖਤੀ ਹੋ ਜਾਵੇ BC ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ। ਪਹਿਲਾਂ ਇਹ ਸਾਡੇ ਕੋਲੇ ਜਿਹੜੀਆਂ ਫਾਈਂਡਿੰਗਸ ਆਉਂਦੀਆਂ ਸੀਗੀਆਂ ਕਿ ਇਹ ਬਜ਼ੁਰਗਾਂ ਨਾਲ ਹੀ ਹੋ ਰਿਹਾ ਹੈ, ਜਾਂ ਉਹ ਬਜ਼ੁਰਗ ਜਿਨ੍ਹਾਂ ਨੂੰ ਪਹਿਲਾਂ ਕੋਈ ਅਲਾਮਤ ਹੈਗੀ ਆ ਉਹਨਾਂ ਨੂੰ ਹੀ ਹੋ ਰਿਹਾ ਹੈ, ਬਾਕੀਆਂ 'ਚ ਹੈ ਨਹੀਂ। ਹੁਣ ਜਿਹੜੀਆਂ ਗੱਲਾਂ ਬਾਤਾਂ ਆ ਰਹੀਆਂ ਕਿ ਨਹੀਂ ਜੀ ਇਹ ਨੌਜਵਾਨਾਂ ਦੇ ਵਿੱਚ ਵੀ ਹੋ ਰਿਹਾ ਹੈ, ਜਿੱਦਾਂ ਅੱਜ ਦੀ ਜਿਹੜੀ ਤੁਹਾਡੀ ਗੱਲਬਾਤ ਹੈ, ਇਹ ਤੋਂ ਲੱਗਦਾ ਵੀ ਬੱਚਿਆਂ ਦੇ ਵਿੱਚ ਇਹਦਾ ਬਹੁਤ ਘੱਟ ਕੇਸਿਸ ਆ ਜਿਹੜਾ ਹੁਣ ਤੱਕ ਸਾਡੇ ਕੋਲ ਡੇਟਾ ਆਇਆ ਜਿਹਦੇ ਤੋਂ ਬੱਚਿਆਂ ਨੂੰ ਬਾਹਰ ਨਿਕਲਣਾ ਚਾਹੀਦਾ। ਤੁਹਾਡੀ ਗੱਲ ਸਹੀ ਹੈ, ਪਰ ਲੋਕਾਂ ਦਾ ਸਵਾਲ ਇਹ ਆ ਵੀ ਬਾਕੀ ਸਾਰੇ ਕੰਮਕਾਰ ਵੀ ਖੁੱਲ੍ਹਣੇ ਚਾਹੀਦੇ ਆ। ਹਾਲਾਂ ਵਾਲਿਆਂ ਨੇ ਤੁਸੀਂ ਦੇਖਿਆ ਪਿੱਛੇ ਜੇ ਵੀ ਉਹ ਤਾਂ ਸਾਰਾ ਕਾਰੋਬਾਰ ਹੀ ਠੱਪ ਹੋ ਗਿਆ। ਜਾਂ ਤਾਂ ਇੱਕ ਗੱਲ ਇਹ ਆ ਕਿ ਬੱਚਿਆਂ ਦੇ ਉੱਤੇ ਅਸੀਂ ਰਿਸਕ ਖੇਡ ਰਹੇ ਹਾਂ ਵੀ ਹੁੰਦਾ ਹੈ ਨਹੀਂ, ਚਲੋ ਦੇਖ ਲਓ ਇਹਨਾਂ ਨੂੰ ਘਰ 'ਚ ਰੱਖਣਾ ਬਹੁਤ ਔਖਾ ਆ ਅਤੇ ਇਹਨਾਂ ਨੂੰ ਉੱਥੇ ਭੇਜ ਦਿਓ ਸਕੂਲ ਦੇ ਵਿੱਚ, ਠੀਕ ਆ। ਜਾਂ ਅਸੀਂ ਫਿਰ ਇਹ ਰਿਸਕ ਜਿਹੜੇ ਵੱਡੇ ਹੈਗੇ ਉਹਨਾਂ 'ਤੇ ਕਿਉਂ ਨਹੀਂ ਲੈ ਰਹੇ, ਉਹਨਾਂ ਨੂੰ ਕਿਉਂ ਨਹੀਂ ਅਸੀਂ ਇਕੱਠੇ ਹੋਣ ਦੇ ਰਹੇ, ਜਾਂ ਉੱਥੇ ਫਿਰ ਫੈਲਣ ਦੇ ਚਾਂਸ ਹੀ ਨਹੀਂ ਹੈ। ਇਹ ਗੱਲ ਵੱਡਿਆਂ 'ਤੇ ਲਾਗੂ ਨਹੀਂ ਹੁੰਦੀ ਜਿਹੜੀ ਅਸੀਂ ਬੱਚਿਆਂ 'ਤੇ ਕਰ ਰਹੇ। ਇਹਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਕਨਫਿਊਜ਼ਨ ਆ ਥੋੜ੍ਹਾ ਜਿਹਾ ਜੀ। ਬਹੁਤ ਸੋਹਣਾ ਕੁਐਸਚਨ, ਬੜਾ ਪ੍ਰੈਕਟੀਕਲ ਕੁਐਸਚਨ ਆ। ਜਦ ਮੈਂ ਲਿਸਨ ਵੀ ਕਰ ਰਿਹਾ ਸੀ ਹੁਣੇ ਘੰਟਾ ਪਹਿਲੋਂ, ਜਿਹੜੇ ਚੀਫ ਮੈਡੀਕਲ ਆਫਿਸਰ ਹੈਗੇ ਆ ਓਨਟੇਰੀਓ ਦੇ, ਅੱਛਾ ਜੀ, ਉਹ ਕਹਿੰਦੇ ਆ ਵੀ ਮੈਂ ਜਿਹੜਾ ਆਊਟਡੋਰ 25 ਕਰ ਰਿਹਾ, ਇਨਡੋਰ ਮੈਂ 10 ਕਰ ਰਿਹਾ, ਲੇਕਿਨ ਮੈਂ ਜਿਮ ਨਹੀਂ ਬੰਦ ਕਰ ਰਿਹਾ, ਸਕੂਲ ਬੰਦ ਨਹੀਂ ਕਰ ਰਿਹਾ, ਰੈਸਟੋਰੈਂਟ ਬੰਦ ਨਹੀਂ ਕਰ ਰਿਹਾ। ਅੱਛਾ ਜੀ। ਉੱਥੇ ਜਿਹੜੇ ਹੈਗੇ ਹੈਲਥ ਦੇ ਜਿਹੜੇ ਗਾਈਡਲਾਈਨਸ ਆ ਉਹਦੀ ਪਾਲਣਾ ਸਟ੍ਰਿਕਟ ਹੁੰਦੀ ਆ। ਉੱਥੇ ਸਕੂਲਾਂ ਨੂੰ ਫੰਡਿੰਗ ਮਿਲੀ $2 ਬਿਲੀਅਨ ਦੀ ਵੀ ਹੋਰ ਵਰਕਰਸ ਹਾਇਰ ਕਰੋ, $232 ਮਿਲੀਅਨ BC ਨੂੰ ਮਿਲਿਆ, ਤਾਂ ਕਿ ਉੱਥੇ ਆਉਂਦੇ ਉਹਨਾਂ ਦੀ ਹਿਸਟਰੀ ਲਿੱਤੀ ਜਾਂਦੀ ਹੈ, ਰੈਕੋਰਡ ਲਿੱਤਾ ਜਾਂਦਾ। ਬੱਚੇ ਨੂੰ ਮਾੜੇ ਜਿਹੇ ਵੀ ਲੱਛਣ ਹੈਗੇ ਉਹਨੂੰ ਨਹੀਂ ਐਂਟਰੀ ਮਿਲਦੀ ਸਕੂਲ ਦੇ ਵਿੱਚ, ਉਹਨੂੰ ਕਿਹਾ ਜਾਂਦਾ ਵੀ ਤੂੰ ਘਰ ਜਾ, ਰੈਸਟ ਕਰ ਜਾਂ ਆਪਣੇ ਡਾਕਟਰ ਨੂੰ ਦੇਖ। ਸੋ ਜਿਹੜੇ ਹੈਗੇ ਸਕਰੀਨਿੰਗ ਪ੍ਰੋਸੈਸ ਬਹੁਤ ਇੰਪਲੀਮੈਂਟਡ ਹੈਗੇ ਆ। ਦੂਜਾ ਜਿਹੜਾ ਹੈਗਾ ਬੱਚਿਆਂ ਦੇ, ਹੁਣ ਮੈਂ ਕਾਫੀ ਪੈਰੈਂਟਸ ਨਾਲ ਗੱਲ ਕਰ ਰਿਹਾ ਵੀ ਪਹਿਲੋਂ 20-22 ਬੱਚੇ ਹੁੰਦੇ ਸੀ, ਹੁਣ ਡਰ ਕਰਕੇ ਕਾਫੀ ਬੱਚੇ ਨਹੀਂ ਜਾ ਰਹੇ, ਤਾਂ ਉਹਨਾਂ ਦੀ ਕਲਾਸਿਸ ਉੱਦਾਂ ਹੀ 15-16 ਦੀ ਹੋਈ ਪਈ ਆ। ਸੋ ਮੈਨੂੰ ਕੱਲ੍ਹ ਵੀ ਇੱਕ ਬਹੁਤ ਹੀ, ਉਹ ਮੀਡੀਆ ਦੇ ਨਾਲ ਵੀ ਕੰਮ ਕਰਦੇ ਆ, ਉਹਨਾਂ ਨੇ ਦੱਸਿਆ ਵੀ ਮੇਰਾ ਬੱਚਾ ਜਾ ਰਿਹਾ, ਔਰ ਉਹ ਬੱਚੇ ਨੂੰ ਐਜ਼ਮਾ ਵੀ ਹੈਗਾ। ਮੈਂ ਕਿਹਾ ਵੀ ਤੁਸੀਂ ਦੇਖ ਲਓ ਵੀ ਥੋੜ੍ਹਾ ਵੇਟ, ਕਹਿੰਦੇ ਨਹੀਂ ਉਹ ਜਾਣਾ ਮੰਗਦਾ, ਉਹ ਤਾਂ ਕਹਿੰਦਾ ਮੈਂ ਜਾਣਾ ਸਕੂਲੇ, ਉਹਦਾ ਚਾਅ ਬਹੁਤ ਹੈਗਾ। ਮੈਂ ਕਿਹਾ ਫਿਰ ਨਾ ਰੋਕੋ। ਸੋ ਇਸ ਲਈ ਜਿਹੜੇ ਨਾ ਅਦਾਰੇ ਆ ਜਿੱਥੇ ਸਟ੍ਰਿਕਟ ਹੁਣ ਦੇਖੋ ਹਸਪੀਟਲ ਦਿਨ ਰਾਤ ਖੁੱਲ੍ਹੇ, ਰਾਈਟ, ਉੱਥੇ ਕੋਵਿਡ ਵਾਲਿਆਂ ਨੇ ਵੀ ਆਉਣਾ, ਦੂਜੇ ਨੇ ਵੀ ਆਉਣਾ, ਲੇਕਿਨ ਉੱਥੇ ਸਟ੍ਰਿਕਟ ਗਾਈਡਲਾਈਨਸ ਹੈ, ਇੱਕ ਪ੍ਰੋਟੋਕੋਲ ਫੋਲੋ ਕੀਤਾ ਜਾਂਦਾ। ਅਗਰ ਉਹੀ ਪ੍ਰੋਟੋਕੋਲ ਅਸੀਂ ਘਰਾਂ ਦੇ ਵਿੱਚ ਵੀ ਫੋਲੋ ਕਰਦੇ, ਬਾਹਰ ਕਰਦੇ, ਪਾਰਟੀਆਂ 'ਚ ਖਰੂਦ ਨਾ ਪਾਉਂਦੇ, ਤਾਂ ਇਹ ਪ੍ਰੋਬਲਮ ਵਧਣੀ ਨਹੀਂ ਸੀ। ਸੋ 2-3 ਦਿਨ ਪਹਿਲਾਂ ਵੀ ਮੈਂ ਕਿਹਾ ਵੀ ਸਿਰਫ ਇਹ ਰਿਸਪੌਂਸਿਬਿਲਿਟੀ ਨਾ ਗੌਰਮੈਂਟ ਦੀ ਆ, ਨਾ ਪੁਲਿਸ ਦੀ ਆ, ਨਾ ਡਿਪਾਰਟਮੈਂਟ ਆਫ ਹੈਲਥ ਦੀ ਆ, ਇਹ ਤੁਹਾਡੀ ਔਰ ਮੇਰੀ ਆਪ ਦੀ ਜ਼ਿੰਮੇਵਾਰੀ ਆ। ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਲਈਏ। ਜਿਹੜੇ ਕੰਮ ਅਸੀਂ ਪਹਿਲਾਂ ਕਰਦੇ ਸੀ, ਉਹ ਅਸੀਂ ਲਿਸਨ ਵੀ ਕਰਦੇ ਸੀ, ਥੋੜ੍ਹਾ ਜਿਹਾ ਫਟੀਕ ਹੋ ਜਾਂਦਾ, ਲੋਕੀ ਅੱਕ ਜਾਂਦੇ 3-4 ਮਹੀਨੇ ਬਾਅਦ, ਇਹ ਹਿਊਮਨ ਬਿਹੇਵੀਅਰ ਆ। ਲੇਕਿਨ ਸਾਨੂੰ ਲੌਂਗ ਟਰਮ ਦੇਖਣਾ ਚਾਹੀਦਾ ਵੀ ਇਹਦੇ ਨਾਲ ਸਾਨੂੰ ਨੁਕਸਾਨ ਵੀ ਹੋ ਸਕਦਾ। ਐਡਮਿਸ਼ਨਸ ਵੱਧ ਰਹੀਆਂ, ICU 'ਤੇ ਮਾਮਲੇ ਵੱਧ ਰਹੇ, ਡੈਥ ਵੱਧ ਰਹੇ ਆ।
ਅਸੀਂ ਫੇਅਰ ਨਾ ਉੱਪਰ ਚਲੇ ਜਾਈਏ, ਫੇਅਰ ਨਾ ਜਿਹੜੀ ਬਾਜੀ ਜਿੱਤੀ ਸੀ ਉਹ ਹਾਰ ਲਈਏ, ਕਿਉਂਕਿ ਵੈਕਸੀਨ ਅਜੇ ਮੈਨੂੰ ਲੱਗਦਾ ਜਨਵਰੀ ਜਾਂ ਮੇਬੀ ਵੀ ਸਪ੍ਰਿੰਗ ਤੱਕ ਆਵੇ ਨੈਕਸਟ ਈਅਰ। ਜਨਵਰੀ ਤੋਂ ਪਹਿਲਾਂ ਤਾਂ ਨਹੀਂ ਆਉਣ ਲੱਗੀ। ਹੁਣ ਸਾਰੇ ਜਿਹੜੇ ਹੈਗੇ ਮੈਡੀਕਲ ਜਰਨਲਸ ਇਹ ਦੱਸ ਰਹੇ, ਕਿਉਂਕਿ ਉਹਨਾਂ ਦਾ ਸਾਰਿਆਂ ਦੇ ਫੇਜ਼ 3 ਟਰਾਇਲ ਅਜੇ ਫਿਨਿਸ਼ ਨਹੀਂ ਹੋਈ, ਅੱਧੇ ਰੁੱਖ 'ਚ ਵੀ ਨਹੀਂ ਅਜੇ ਫੇਜ਼ 3 ਟਰਾਇਲ ਉਹਨਾਂ ਦੀ ਗਈ। ਡਾਕਟਰ ਸਾਹਿਬ ਅਸੀਂ ਇਸ ਵੇਲੇ ਕਿਹੜੀ ਸਟੇਜ ਤੇ ਹਾਂ ਕੋਵਿਡ-19 ਦੀ? ਇੱਕ ਤਾਂ ਸੀਗਾ ਜਦੋਂ ਸ਼ੁਰੂ ਹੋਇਆ ਸੀ ਮਾਰਚ ਅਪ੍ਰੈਲ ਦੇ ਵਿੱਚ, ਕੈਨੇਡਾ ਦੀ ਗੱਲ ਕਰ ਰਹੇ ਹਾਂ ਅਸੀਂ, ਵੀ ਉਦੋਂ ਸਭ ਤੋਂ ਵੱਧ ਸੀਗੇ, ਹੁਣ ਵੱਧ ਰਹੇ ਆ, ਪਰ ਉਦੋਂ ਉਸ ਲੈਵਲ ਤੇ ਨਹੀਂ ਅਸੀਂ। ਕੀ ਅਸੀਂ ਪਹਿਲਾਂ ਜਿਸ ਪੀਕ ਦੇ ਉੱਤੇ ਸੀਗੇ ਉਹਨੂੰ ਕ੍ਰਾਸ ਕਰ ਚੁੱਕੇ ਹਾਂ, ਜਾਂ ਅਸੀਂ ਕਿੱਥੇ ਕਾਂ ਇਸ ਵੇਲੇ? ਦੇਖੋ, ਸਾਡੀ ਸਭ ਤੋਂ ਬੈਡ ਪੀਕ ਸੀ ਅਪ੍ਰੈਲ ਦੇ ਵਿੱਚ। ਅੱਛਾ ਜੀ। ਉਹਦੇ ਬਾਅਦ ਅਸੀਂ ਨਿਰੰਤਰ ਉਹਦੇ ਬਾਅਦ ਥੱਲੇ ਆਉਂਦੇ ਰਹੇ। ਹੁਣ ਸਾਡੀ ਜਿਹੜੀ ਗ੍ਰਾਫ ਉੱਤੇ ਨੂੰ ਜਾ ਰਹੀ ਆ, ਲੇਕਿਨ ਅਸੀਂ ਕਹੀਏ ਜਿੰਨੇ ਮਾਮਲੇ ਅਪ੍ਰੈਲ 'ਚ ਸੀ 25% 'ਚ ਅਸੀਂ ਪਹੁੰਚੇ ਆ, ਅਸੀਂ 100% ਹਾਲ 'ਚ ਨਹੀਂ ਪਹੁੰਚੇ। ਅੱਛਾ ਜੀ। ਲੇਕਿਨ ਉੱਪਰ ਨੂੰ ਕਿਉਂਕਿ ਗ੍ਰਾਫ ਜਾ ਰਿਹਾ, ਉਹ ਚਿੰਤਾ ਦਾ ਇੱਕ ਵਿਸ਼ਾ ਪਹੁੰਚ ਸਕਦਾ। ਦੂਜੀ ਗੱਲ ਇਹੀ ਆ, ਤੇ BC ਦਾ ਵੀ ਡਾਕਟਰ ਸਾਹਿਬ ਇਸੇ ਤਰ੍ਹਾਂ ਹੈ? ਬਿਲਕੁਲ, ਕੈਨੇਡਾ ਦਾ ਵੀ ਗ੍ਰਾਫ ਤੇ BC ਦਾ ਵੀ ਗ੍ਰਾਫ, ਔਰ ਖਾਸ ਕਰਕੇ ਜਿਹੜੇ 4 ਸੂਬੇ ਆਪਾਂ ਪਹਿਲਾਂ ਗੱਲ ਕੀਤੇ ਆ ਨਾ। ਜੀ ਜੀ। ਡਾਕਟਰ ਬੌਨੀ ਹੈਨਰੀ ਨੇ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ, ਲੇਕਿਨ ਓਨਟਾਰੀਓ ਤੋਂ ਟਿੱਪਣੀ ਇਹ ਆ ਰਹੀ ਆ ਵੀ ਜਦੋਂ ਕੰਟੈਕਟ ਟ੍ਰੇਸਿੰਗ ਕਰਨਾ ਮੰਗਦੇ ਆ, ਸਮਝੋ ਮੈਨੂੰ ਹੋਇਆ ਮੇਰੇ ਕੰਟੈਕਟ ਟ੍ਰੇਸ ਕਰਨੇ ਵੀ ਕਿਹੜੇ ਲੋਕਾਂ ਦੇ ਨਾਲ ਮੈਂ ਕੰਟੈਕਟ 'ਚ ਆਇਆ ਪੂਰੇ ਦਿਨ, ਹੈ ਨਾ, 50% ਜਿਹੜੇ ਹੈਗੇ ਉਹ ਰਿਸਪੌਂਡ ਨਹੀਂ ਕਰ ਰਹੇ ਜਾਂ ਲੱਭ ਨਹੀਂ ਰਹੇ। ਸੋ ਕੰਟੈਕਟ ਟ੍ਰੇਸਿੰਗ ਇੱਕ ਵੱਡਾ ਮੁੱਦਾ ਬਣ ਗਿਆ ਓਨਟਾਰੀਓ ਦੇ ਵਿੱਚ। ਸੋ ਲੋਕੀ ਜਿਹੜੇ ਹੈਗੇ ਆ ਉਹ ਕਹਿੰਦੇ ਨਹੀਂ, ਰਿਸਪੌਂਡ ਹੀ ਨਹੀਂ ਕਰਨਾ, ਜਾਂ ਇਹਨਾਂ ਦੀ ਕਾਲ ਹੀ ਨਹੀਂ ਲੈਣੀ, ਜਾਂ ਲੋਕੀ ਵੀ ਅੱਕ ਗਏ ਕਹਿ ਲਓ। ਸੋ ਇਸ ਲਈ ਜਿਹੜਾ ਹੈਗਾ ਉਹਨਾਂ ਨੂੰ ਆਈਸੋਲੇਟ ਕਿੱਦਾਂ ਕਰਾਂਗੇ? ਔਰ ਅਗਰ ਸਪੋਜ਼ ਕਿਸੇ ਨੂੰ ਉਹਨੂੰ ਹੋ ਗਿਆ, ਪਹਿਲੇ ਕੁਝ ਦਿਨਾਂ 'ਚ ਉਹਨੂੰ ਸਿੰਪਟਮ ਬਹੁਤ ਮਾਈਲਡ ਹੋਣੇ, ਉਹਨੇ ਗਾਂ ਸਪਰੈਡ ਕਰ ਦੇਣਾ, ਇਹੀ ਚੇਨ ਰਿਐਕਸ਼ਨ ਹੁੰਦਾ। ਇਸ ਲਈ ਉਹਨੂੰ ਬ੍ਰੇਕ ਅਸੀਂ ਪਹਿਲਾਂ ਬਹੁਤ ਵਧੀਆ ਕੀਤਾ ਸੀ, ਲੋਕਡਾਊਨ ਕਰਨਾ ਪਿਆ ਸੀ, ਲੇਕਿਨ ਲੋਕਡਾਊਨ ਮੇਰੇ ਖਿਆਲ ਨਾਲ ਦੁਬਾਰਾ ਨਹੀਂ ਹੋਊਗਾ, ਕੁਛ ਸਿਲੈਕਟਿਵ ਹੋਊਗਾ ਅਗਰ ਉਸ ਏਰੀਏ 'ਚ ਬਹੁਤ ਜ਼ਿਆਦਾ ਕੇਸਿਸ ਹੋ ਜਾਂਦੇ, ਲੇਕਿਨ ਪੂਰਾ ਲੋਕਡਾਊਨ ਨਹੀਂ ਹੋਗਾ। ਇਹ ਵਾਇਬਲ ਹੀ ਨਹੀਂ ਹੈਗਾ, ਕਿਉਂਕਿ ਵਾਇਰਸ ਦੇ ਨਾਲ ਸਾਨੂੰ ਕਈ ਵਰੇ ਜੂਝਣਾ ਪੈਣਾ। ਹੁਣ ਦੂਸਰੀ ਕੰਟਰੀਆਂ ਜਿੱਦਾਂ ਆਸਟ੍ਰੇਲੀਆ, ਨਿਊਜ਼ੀਲੈਂਡ ਹੈਗੀ ਹੈ, ਸਾਊਥ ਕੋਰੀਆ, ਜਾਪਾਨ, ਉਹਨਾਂ ਦੇ ਬੱਚੇ ਸਕੂਲ 2-2 3-3 ਮਹੀਨੇ ਸਾਡੇ ਤੋਂ ਪਹਿਲਾਂ ਗਏ ਆ, ਉਹਨਾਂ ਦੇ 'ਚ ਵੀ ਟਰਬਲਸ ਆਈਆਂ, ਜਰਮਨੀ 'ਚ ਵੀ ਟਰਬਲਸ ਆਈਆਂ, ਉਹਨਾਂ ਨੇ ਡੀਲ ਕੀਤਾ ਲੇਕਿਨ ਸਕੂਲ ਸ਼ਟ ਡਾਊਨ ਨਹੀਂ ਕੀਤੇ। ਸੋ ਤੁਹਾਨੂੰ ਡੀਲ ਕਰਨਾ ਪੈਣਾ ਵੀ ਕਿੱਦਾਂ ਇਹਨੂੰ ਮਤਲਬ ਅਸੀਂ ਦਰੁਸਤ ਕਰੀਏ ਕੰਟੈਕਟ ਟ੍ਰੇਸਿੰਗ ਔਰ ਆਈਸੋਲੇਸ਼ਨ ਦੇ ਨਾਲ। ਡਾਕਟਰ ਸਾਹਿਬ ਵੈਕਸੀਨ ਦੀ ਕੋਈ ਅਪਡੇਟ? ਵੈਕਸੀਨ ਦੇਖੋ 2 ਅੱਗੇ ਜਾਂ ਮੋਡਰਨਾ ਅੱਗੇ ਆ। ਆਕਸਫੋਰਡ ਦਾ ਜਿਹੜਾ ਪੌਜ਼ ਲੱਗਾ ਸੀ 4-5 ਦਿਨਾਂ ਬਾਅਦ, ਜਦੋਂ ਇੰਡੀਪੈਂਡੈਂਟ ਰਿਵਿਊ ਬੋਰਡ ਨੇ ਦੇਖਿਆ, ਉਹ 37 ਸਾਲ ਦੀ ਔਰਤ ਸੀ ਜਿਹਨੂੰ ਇਹ ਟਰਬਲ ਆਈ, ਹਸਪੀਟਲ ਜਾਣਾ ਪਿਆ, ਉਹਨੂੰ ਤੁਰਨ 'ਚ ਥੋੜ੍ਹਾ ਡਗਮਗਾ ਰਹੇ ਸੀ, ਪੇਨ ਹੋ ਰਿਹਾ ਸੀ। ਸੋ ਉਹਦਾ ਟ੍ਰਾਂਸਫਰ ਸਮਾਈਲਾਈਟਿਸ ਕਰਕੇ ਡਾਇਗਨੋਸਿਸ ਲੇਬਲ ਕੀਤਾ ਸੀ, ਬਟ ਉਹ ਰਿਕਵਰ ਕਰ ਚੁੱਕੀ ਆ। ਸੋ ਇਹ ਹੁੰਦਾ ਰੇਅਰ ਹੁੰਦਾ, ਸਾਹਮਣੇ ਆਇਆ, ਲੇਕਿਨ ਇਹਦੇ ਨਾਲ ਇਹ ਹੈ ਵੀ ਬਾਕੀ ਜਿਹੜੇ ਲੈ ਰਹੇ ਸੀ ਵੈਕਸੀਨ ਉਹਨਾਂ ਦੇ ਉੱਤੇ ਕੋਈ ਸਾਈਡ ਇਫੈਕਟ ਇਹੋ ਜਿਹਾ ਸੀਰੀਅਸ ਨਹੀਂ ਆਇਆ। ਇਸ ਲਈ ਸੋ ਫਾਰ ਅਸੀਂ ਕਹਿ ਸਕਦੇ ਹਾਂ ਵੀ ਵੈਕਸੀਨ ਦਾ ਟਰਾਇਲ ਠੀਕ ਚੱਲ ਰਿਹਾ। ਕਰੀਬਨ 9 ਕੰਪਨੀਆਂ ਜਿਨ੍ਹਾਂ ਦੀ ਫੇਜ਼ 3 ਟਰਾਇਲ ਚੱਲ ਰਹੀ ਹੈ, ਔਰ ਕੈਨੇਡਾ ਨੇ ਜਿਹੜੇ ਅਵਲ 5 ਆ ਉਹਨਾਂ ਦੀ ਡਾਊਨ ਪੇਮੈਂਟ ਦਿੱਤੀ ਹੋਈ ਹੈ ਵੀ ਜਿਹੜੇ ਵੀ ਲੈ ਕੇ ਆਉਣ ਤੇ ਅਸੀਂ ਉਹਨਾਂ ਤੋਂ ਵੈਕਸੀਨ ਪਹਿਲੋਂ ਲਈਏ। ਸਾਰਿਆਂ ਨੇ ਸੀਰਮ ਇੰਸਟੀਚਿਊਟ ਆਫ ਪੂਨੇ ਜਿਹੜਾ ਹਿੰਦੁਸਤਾਨ ਦੇ ਵਿੱਚ ਹੈਗਾ ਉਹਦੇ ਨਾਲ ਵੀ ਕੰਟਰੈਕਟ ਕੀਤੇ ਕੰਪਨੀਆਂ ਨੇ, ਤਾਂ ਕਿ ਉਹ ਮਾਸ ਪ੍ਰੋਡਿਊਸ ਕਰ ਸਕਦੇ। ਵੈਕਸੀਨ ਦੀ ਰਿਸਰਚ ਇੱਥੇ ਹੋਏਗੀ, ਲੇਕਿਨ ਮਾਸ ਪ੍ਰੋਡਕਸ਼ਨ ਮੋਸਟਲੀ ਹਿੰਦੁਸਤਾਨ 'ਚ ਹੋਏਗੀ। ਉੱਦਾਂ ਵੀ ਜਿਹੜੀ ਰੈਗੂਲਰ ਨਾਰਮਲ ਵੈਕਸੀਨ ਹੈਗੀ 80% ਸੀਰਮ ਇੰਸਟੀਚਿਊਟ ਆਫ ਪੂਨੇ 'ਚ ਹੀ ਬਣਦੀ, ਭਾਵੇਂ ਉਹਦੀ ਡਿਵੈਲਪਮੈਂਟ ਕਿੱਥੇ ਵੀ ਹੋਏ, ਕਿਉਂਕਿ ਉਹਨਾਂ ਕੋਲ ਉੱਥੇ ਕੈਪੈਸਿਟੀ ਆ। ਉਹਨਾਂ ਨੇ ਵੀ $450 ਮਿਲੀਅਨ ਆਪਣਾ ਇਨਵੈਸਟ ਕੀਤਾ। ਜਿਹੜਾ ਪੂਨਾ ਵਾਲਾ ਫੈਮਿਲੀ ਹੈਗੀ, ਆਧਾਰ ਪੂਨਾ ਵਾਲਾ, 39 ਸਾਲ ਦਾ ਮੁੰਡਾ ਹੈਗਾ ਜਿਹੜਾ ਡੀਲ ਕਰ ਰਿਹਾ, ਉਹਦੇ ਫਾਦਰ ਨੇ ਇਹ ਸੈਟਅਪ ਕੀਤਾ ਸੀ ਜਦੋਂ ਪੋਲੀਓ ਦਾ ਵੈਕਸੀਨ ਦਾ ਲਈ ਇੱਕ ਅਦਾਰਾ ਚਾਹੀਦਾ ਸੀ ਹਿੰਦੁਸਤਾਨ 'ਚ। ਅੱਛਾ ਜੀ। ਤੇ ਡਾਕਟਰ ਸਾਹਿਬ ਅਮਰੀਕਾ ਇਸ ਵੇਲੇ ਨੰਬਰ 1 ਤੇ ਆ, ਇੰਡੀਆ ਦੇ ਵਿੱਚ ਕੇਸ ਵੱਧ ਰਹੇ ਆ, ਕੀ ਲੱਗਦਾ ਜੀ ਇਹ ਰੁਕ ਜਾਊਗਾ ਸਾਰਾ ਕੁਝ ਇੱਥੇ ਕਿ ਨਹੀਂ? ਇਹ ਗੱਡੀ ਬਿਨਾਂ ਬ੍ਰੇਕਾਂ ਤੋਂ ਚੱਲੀ ਜਾ ਰਹੀ ਹੈ, ਦੌੜੀ ਜਾ ਰਹੀ ਹੈ ਨਾ। ਅਮਰੀਕਾ ਦੇ ਵਿੱਚ ਵੀ ਤੇ ਹਿੰਦੁਸਤਾਨ 'ਚ ਵੀ। ਹਿੰਦੁਸਤਾਨ ਦੇ ਵਿੱਚ ਟੈਸਟਿੰਗ ਇੰਨੀ ਨਹੀਂ ਹੋ ਰਹੀ, ਇਸ ਲਈ ਜਿਹੜੀ ਹੈਗੀ ਹੈ ਨੰਬਰਸ ਜਿਹੜੇ ਹੈਗੇ 5.2 ਮਿਲੀਅਨ ਆ ਰਹੇ ਆ। ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਹੋਣਗੇ ਅਗਰ ਆਪਾਂ ਉਹਨੂੰ ਚਲੋ 2 ਦੇ ਨਾਲ ਹੀ ਮਲਟੀਪਲਾਈ ਕਰ ਲਓ, ਬਟ ਸਟੈਟਿਸਟਿਕਸ ਸਾਡਾ ਇਹ ਸ਼ੋ ਕਰਦਾ ਵੀ ਮਲਟੀਪਲਾਈ ਬਾਈ 5 ਜੀ। ਸੋ ਅਮਰੀਕਾ ਦੇ ਵਿੱਚ ਟੈਸਟਿੰਗ ਬਹੁਤ ਜ਼ਿਆਦਾ ਹੋ ਰਹੀ ਹੈ, ਜਿਹੜੇ ਨੰਬਰ ਹੈਗੇ ਸ਼ਾਇਦ ਥੋੜ੍ਹੇ ਜ਼ਿਆਦਾ ਹੋਣਗੇ, ਮੇਬੀ ਡਬਲ। ਲੇਕਿਨ ਜਿਉਂ-ਜਿਉਂ ਇਹਦਾ ਕੋਵਿਡ ਦਾ ਪਸਾਰਾ ਵਧਣਾ, ਹਿੰਦੁਸਤਾਨ ਨੇ ਅਮਰੀਕਾ ਨੂੰ ਵੀ ਓਵਰਟੇਕ ਕਰ ਲੈਣਾ ਨੰਬਰ ਆਫ ਕੇਸਿਸ, ਨੰਬਰ ਆਫ ਡੈਥਸ ਦੇ ਵਿੱਚ ਵੀ, ਕਿਉਂਕਿ ਬਹੁਤ ਵੱਡਾ ਦੇਸ਼ ਹੈਗਾ, 1.3 ਬਿਲੀਅਨ ਦਾ ਦੇਸ਼ ਹੈਗਾ। ਇੰਟੀਰੀਅਰ ਆਫ ਮਹਾਰਾਸ਼ਟਰ, ਹੁਣ ਬੰਬੇ ਤੋਂ ਮੈਨੂੰ ਪਿਛਲੇ ਕੁਝ ਦਿਨ ਤੋਂ ਖਬਰ ਆ ਰਹੀ ਸੀ ਫਿਰ ਹਸਪੀਟਲ ਦੇ ਵਿੱਚ ਐਡਮਿਸ਼ਨਸ ਵੱਧ ਰਹੀਆਂ।
ਜਿਹੜੇ ਕੋਵਿਡ ਵਾਲੇ ਪੇਸ਼ੈਂਟ ਉਹਨਾਂ ਨੂੰ ਹੋਰ ਪ੍ਰੋਬਲਮ ਵੀ ਆਉਂਦੀਆਂ। ਸੋ ਡਾਕਟਰ ਪੰਕਜ ਪਟੇਲ ਮੇਰਾ ਫਰੈਂਡ ਹੈਗਾ ਵਾਸਕੂਲਰ ਸਰਜਨ, ਉਹਨੇ ਅੱਜ ਪਿਕਚਰ ਪਾਈ ਆ ਵੀ ਪੂਰਾ ਜਿਵੇਂ N100 ਮਾਸ ਤੇ ਪੂਰਾ ਗਾਊਨ ਅਪ ਕਰਕੇ ਉਹਨੂੰ ਸਰਜਰੀ ਕਰਨੀ ਪੈ ਰਹੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜਿਹੜੀਆਂ ਜਾਨ ਨਹੀਂ ਲੱਗੀਆਂ, ਸਾਨੂੰ ਕੋਵਿਡ ਦੇ ਨਾਲ ਕਈ ਵਾਰੇ ਰਹਿਣਾ ਪਊਗਾ। ਦੇਖੋ ਫਲੂ ਜਿਹੜਾ ਹੈਗਾ ਉਹਦੇ ਨਾਲ ਵੀ ਤੇ ਅਸੀਂ ਕਈ ਦਹਾਕਿਆਂ ਤੋਂ ਰਹਿ ਰਹੇ ਹਾਂ। ਅਸੀਂ ਫਲੂ ਸ਼ਾਟ ਲਾਉਂਦੇ ਹਾਂ ਜਦੋਂ ਆਉਂਦਾ ਹਰ ਸਾਲ। ਇਸ ਸਾਲ ਵੀ ਮੇਰੀ ਬੇਨਤੀ ਹੋਏਗੀ ਵੀ ਅਸੀਂ ਸਾਰੇ ਫਲੂ ਸ਼ਾਟ ਤਾਂ ਜ਼ਰੂਰ ਲਾਈਏ, ਜਿਹੜੀ ਵੈਕਸੀਨ ਹੈਗੀ ਉਹ ਤਾਂ ਲਾਈਏ, ਉਸ ਤੋਂ ਤਾਂ ਬਚੀਏ। ਤੇ ਡਾਕਟਰ ਜਿਹੜੀ ਰੂਸ ਦੇ ਵਿੱਚ ਆਈ ਸੀ ਤੇ ਚੀਨ ਦੇ ਵਿੱਚ ਆਈ ਸੀ, ਉਹਦੀਆਂ ਕੋਈ ਰਿਜ਼ਲਟ ਆ ਰਿਹਾ ਵੀ ਕੋਈ ਨੁਕਸਾਨ ਜਾਂ ਫਾਇਦਾ ਹੋਇਆ? ਦੇਖੋ ਉਹ ਡਿਸਕਲੋਜ਼ ਨਹੀਂ ਕਰਦੇ, ਔਰ ਦੋਵੇਂ ਕਮਿਊਨਿਸਟ ਕੰਟਰੀਆਂ ਹੈ ਨਾ, ਉੱਥੇ ਪਾਵਰ ਦਾ ਦਬਦਬਾ ਹੈਗਾ। ਨਾਲੇ ਉਹ ਡੇਟਾ ਆਪਣੇ ਹਿਸਾਬ ਦੇ ਨਾਲ ਜਿੱਦਾਂ ਮਰਜ਼ੀ ਪਬਲਿਸ਼ ਕਰ ਲੈਣ। ਮੈਡੀਕਲ ਫੈਕਲਟੀ 'ਚ ਵੀ ਚੋਰੀ ਬਹੁਤ ਹੁੰਦੀ, ਕਈ ਵਾਰ ਲੋਕ ਉੱਦਾਂ ਡੇਟਾ ਪਬਲਿਸ਼ ਕਰ ਲੈਂਦੇ ਆ। ਕਈ ਵਾਰ ਜਿਹੜਾ ਫਾਰਮੂਲਾ ਦਾ ਡੇਟਾ ਸੀ ਉਹਦੀ ਕੋਈ ਰਿਸਰਚ ਨਹੀਂ ਹੋਈ ਸੀ। ਇੱਕ ਮੈਂ ਨਾਂ ਨਹੀਂ ਲੈਣਾ ਬ੍ਰਾਂਡ ਦਾ ਫਾਰਮੂਲਾ ਪਬਲਿਸ਼ ਕਰ ਲਿੱਤਾ ਵੀ ਇਹ ਕੋਈ ਐਲਰਜੀ ਨਹੀਂ ਦਿੰਦਾ, ਸਭ ਤੋਂ ਵਧੀਆ, ਉਹ ਸਾਰੇ ਲੈਣ ਲੱਗ ਪਏ। ਜਦੋਂ ਪਤਾ ਲੱਗਿਆ ਉਹਦੇ ਕੋਈ ਰਿਸਰਚ ਨਹੀਂ ਹੋਈ ਸੀ, ਕਿਉਂਕਿ ਜਿਹੜਾ ਰਿਸਰਚਰ ਸੀ ਉਹਨੂੰ ਪੈਸੇ ਦਿੱਤੇ ਸੀ ਫਾਰਮੂਲਾ ਕੰਪਨੀ ਨੇ। ਇਹ ਜਿਹੜੀ ਕੰਪਨੀ ਦੇਖੋ, ਮੈਨੂੰ ਰੂਸ ਔਰ ਚੀਨ ਦਾ ਜਿਹੜਾ ਹੈਗਾ ਉਹਦੇ ਨਾਲ ਕੋਈ ਮਤਲਬ ਮੇਰੀ ਦੁਸ਼ਮਣੀ ਨਹੀਂ ਹੈਗੀ ਆ, ਉਹ ਵੀ ਅੱਛੇ ਮੁਲਕ ਨੇ। ਬਟ ਉਹ ਕੋਈ ਵੀ ਮੈਡੀਕਲ ਫੈਕਲਟੀ ਦੇ ਲਈ ਆਪਣਾ ਡੇਟਾ ਨਹੀਂ ਸ਼ੋਅ ਕਰਦੇ, ਨਾ ਉਹ ਸ਼ੋਅ ਕਰਦੇ ਵੀ ਅਸੀਂ ਕੀ ਕਰ ਰਹੇ ਹਾਂ। ਚਾਈਨਾ ਦੇ ਵਿੱਚ 3 ਵੈਕਸੀਨ ਆਲਰੇਡੀ ਮਾਰਕੀਟ 'ਚ ਉਹਨਾਂ ਨੇ ਜਿਹੜੀਆਂ ਹੈਗੀਆਂ ਇਨੋਕੂਲੇਟ ਕਰਨੀ ਸ਼ੁਰੂ ਕਰ ਦਿੱਤੀਆਂ। ਜਿਹੜੀਆਂ ਹੁਣ ਮੈਂ ਦੱਸਿਆ ਸੀ ਨਾ 9 ਕੰਪਨੀਆਂ ਜਿਹੜਾ ਫੇਜ਼ 3 ਟਰਾਇਲ ਆ, 4 ਉਹਦੇ ਚਾਈਨਾ ਦੀਆਂ। ਸੋ ਆਲਮੋਸਟ 50% ਜਿਹੜਾ ਫੇਜ਼ 3 ਟਰਾਇਲ ਹੈ ਉਹ ਚਾਈਨਾ ਦੇ ਵਿੱਚ ਕੰਪਨੀਆਂ ਜਿਹੜੀਆਂ ਉਹਨੂੰ ਕਰ ਰਹੀਆਂ। ਔਰ ਉਹਦੀ ਗਵਰਨਮੈਂਟ ਨੇ ਕਿਹਾ ਹਾਂ ਤੁਸੀਂ ਫੇਜ਼ 3 ਟਰਾਇਲ ਚੱਲ ਰਿਹਾ ਤੁਸੀਂ ਲਾ ਸਕਦੇ ਹੋ। ਸੋ ਉਹ ਵੇਚ ਰਹੇ ਆ। ਇੱਕ ਕੰਟਰੀ ਆ ਮੇਰੇ ਖਿਆਲ ਨਾਲ ਅਬੂ ਧਾਬੀ, ਜਿਹੜੀ ਆਊਟਸਾਈਡ ਚਾਈਨਾ, ਉਹ ਉਹਨਾਂ ਦੀ ਵੈਕਸੀਨ ਆਪਣੇ ਬਾਸ਼ਿੰਦਿਆਂ ਨੂੰ ਵੀ ਲਾ ਰਹੀ ਆ ਜਿਹੜੀ ਚਾਈਨੀਜ਼ ਮੇਡ ਹੈ। ਬਾਕੀ ਜਿਹੜੀ ਰਸ਼ੀਆ ਦੀ ਵੈਕਸੀਨ ਉਹ ਰਸ਼ੀਆ 'ਚ ਲੱਗ ਰਹੀ ਆ, ਔਰ ਪੁਟਿਨ ਸਾਹਿਬ ਜਿਹੜੇ ਹੈਗੇ ਆ ਉਹਦੇ ਉੱਤੇ ਕੰਟਰੋਲ ਕਰ ਰਹੇ ਆ, ਲੇਕਿਨ ਉਹਦੀ ਵੀ ਫੇਜ਼ 3 ਟਰਾਇਲ ਅਜੇ ਪੂਰੀ ਨਹੀਂ ਹੋਈ। ਤੇ ਡਾਕਟਰ ਸਾਹਿਬ ਜਿਹੜਾ ਅਲਟੀਮੇਟਲੀ ਹੁਣ ਇੱਥੇ ਦੀ ਵੈਕਸੀਨ ਜਿਹੜੀ ਆ ਜਾਂ ਉਹ ਮਤਲਬ ਉਹ ਇਹਦੀ ਕੋਈ ਆਰਗੇਨਾਈਜੇਸ਼ਨ ਹੈ ਜਿੱਥੇ ਡਾਟਾ ਸ਼ੇਅਰ ਕੀਤਾ ਜਾ ਸਕਦਾ? ਮੰਨ ਲਓ ਅਮਰੀਕਾ ਦੇ ਵਿੱਚ ਵੈਕਸੀਨ ਆ ਜਾਂਦੀ ਜਾਂ ਕੈਨੇਡਾ ਦੇ ਵਿੱਚ ਆ ਜਾਂਦੀ ਆ, ਇਹ ਦੇਸ਼ ਆਪਸ ਦੇ ਵਿੱਚ ਇਹ ਗੱਲ ਸ਼ੇਅਰ ਕਰਨਗੇ ਜਾਂ ਚੀਨ ਵਾਲੇ ਜਿੱਦਾਂ ਆਪਣਾ ਰੱਖੀ ਜਾਂਦੇ, ਰੂਸ ਵਾਲੇ ਆਪਣਾ ਰੱਖੀ ਜਾਂਦੇ ਆ, ਇਹ ਕੁਝ ਵੀ ਨਹੀਂ ਪਤਾ, ਇਹ ਵੀ ਨਹੀਂ ਦੱਸਣਗੇ ਇੱਕ ਦੂਜੇ ਨੂੰ? ਨਹੀਂ, ਇਹ ਜਿਹੜੇ ਦੂਜੇ ਅਮਰੀਕਾ ਦੇ ਜਿਹੜੇ 5 ਫੇਜ਼ 3 ਟਰਾਇਲ ਚੱਲ ਰਹੇ ਆ, ਉਹ ਤਾਂ ਮਤਲਬ ਡੇਟਾ ਸ਼ੇਅਰ ਕਰਦੇ ਆ ਹਰ ਹਫਤੇ ਹਰ ਮਹੀਨੇ। ਜੋ ਵੀ ਉਹਨਾਂ ਦਾ ਆਕਸਫੋਰਡ ਵਾਲਿਆਂ ਨੇ ਇਮੀਡੀਏਟਲੀ ਡੇਟਾ ਨਹੀਂ ਸ਼ੇਅਰ ਕੀਤਾ ਸੀ ਵੀ 37 ਸਾਲ ਦੀ ਔਰਤ ਨੂੰ ਟ੍ਰਾਂਸਫਰ ਸਮਾਈਲਾਈਟਿਸ ਹੋਇਆ, ਇਸ ਲਈ ਆਪਾਂ ਵੋਲੰਟਰੀ ਪੌਜ਼ ਲੈਂਦੇ। ਇਹ ਸਾਰੇ ਦੇਸ਼ ਨਹੀਂ ਕਰਦੇ? ਨਹੀਂ, ਕਿਉਂਕਿ ਇਹ ਜੁਰਿਸਡਿਕਸ਼ਨ ਚੱਲਦਾ ਨਹੀਂ ਆ, ਔਰ ਕਾਫੀ ਪ੍ਰਾਈਵੇਟ ਕੰਪਨੀਆਂ ਇਹਦੇ ਵਿੱਚ ਇਨਵੋਲਵ ਹੁੰਦੀਆਂ। ਲੇਕਿਨ ਅਮਰੀਕਾ ਦੀ ਔਰ UK ਦੀ ਔਰ ਜਰਮਨੀ ਦੀ, ਕੈਨੇਡਾ ਦੇ ਵਿੱਚ ਵੀ ਚੱਲ ਰਿਹਾ, ਲੇਕਿਨ ਅਸੀਂ ਫੇਜ਼ 2 ਤੱਕ ਵੀ ਨਹੀਂ ਅਪੜੇ, ਅਸੀਂ ਫੇਜ਼ 1 'ਚ ਅਜੇ ਚੱਲ ਰਹੇ ਹਾਂ ਨਾ। ਹਰ ਕੰਟਰੀ ਜਿਹੜੀ ਸੱਭਿਅ ਹੈਗੀ ਆ, ਜਿਹੜੀ ਫਸਟ ਨੇਸ਼ਨ ਤੁਸੀਂ ਕਹਿ ਲਓ, ਉਹ ਆਪਸ 'ਚ ਡੇਟਾ ਔਰ ਮੈਡੀਕਲ ਫੈਕਲਟੀ ਨੂੰ ਵੀ ਡੇਟਾ ਦਿੰਦੀ ਹੈ। 5 ਜਿਹੜੀਆਂ ਕੰਪਨੀਆਂ ਅਮਰੀਕਾ 'ਚ ਆ ਉਹ ਫੇਜ਼ 3 ਟਰਾਇਲ 'ਚ ਆ, ਉਹ 5 ਦੇ ਨਾਲ ਕੈਨੇਡੀਅਨ ਗਵਰਨਮੈਂਟ ਨੇ ਡਾਊਨ ਪੇਮੈਂਟ ਕੀਤੀ ਹੋਈ ਆ। ਸੋ ਮੋਡਰਨਾ ਔਰ ਆਕਸਫੋਰਡ ਥੋੜ੍ਹਾ ਅੱਗੇ ਲੀਡ ਕਰ ਰਹੇ ਆ, ਔਰ ਇਹਨਾਂ ਨੇ ਕੰਮ ਵੀ ਪਹਿਲਾਂ ਸ਼ੁਰੂ ਕੀਤਾ ਸੀ, ਔਰ ਵਾਇਰਸ ਦੇ ਵੱਖ-ਵੱਖ ਪੋਰਸ਼ਨ ਦੇ ਉੱਤੇ ਵੈਕਸੀਨ ਬਣਾਈ ਜਾ ਰਹੀ ਹੈ। ਸੋ ਕੋਈ ਨਾ ਕੋਈ ਵੈਕਸੀਨ ਤਾਂ ਮਤਲਬ ਬਹੁਤ ਜ਼ਿਆਦਾ ਅਸਰਦਾਰ ਸਾਹਮਣੇ ਆਊਗੀ, ਔਰ ਡੈਫੀਨੇਟਲੀ ਆਊਗੀ। ਇਸ਼ੂ ਇਹ ਹੈਗਾ ਵੀ 70% ਕੈਨੇਡੀਅਨ ਕਹਿੰਦੇ ਅਸੀਂ ਲਾਉਣੀ ਹੈ, 30% ਕਹਿੰਦੇ ਅਸੀਂ ਵੇਟ ਕਰਨਾ। ਪ੍ਰੋਬਲਮ ਇਹ ਹੁੰਦੀ ਵੀ ਜਦ ਤੱਕ 80 ਤੋਂ ਜ਼ਿਆਦਾ % ਲੋਕ ਨੂੰ ਵੈਕਸੀਨ ਨਾ ਲੱਗੀ ਹੋਏ ਜਾਂ ਨੈਚੁਰਲ ਕੋਵਿਡ ਨਾ ਹੋਏ, ਤਦ ਤੱਕ ਇਹ ਬਿਮਾਰੀ ਥੱਲੇ ਨਹੀਂ ਜਾਂਦੀ। ਤਾਂ ਸਾਨੂੰ ਉਹਨਾਂ ਨੂੰ ਵੀ ਬੇਨਤੀ ਕਰਨੀ ਪੈਣੀ ਹੈ, ਪਲੀਜ਼ ਭਾਈ ਤੁਸੀਂ ਲਾਓ, ਤਾਂ ਕਿ ਇਹ ਬਿਮਾਰੀ ਆਪਾਂ ਸਾਂਝੇ ਰੂਪ 'ਤੇ ਇਹਨੂੰ ਕੰਟਰੋਲ ਕਰ ਸਕੀਏ। ਲੇਕਿਨ ਇਹ ਜਿਹੜੀ ਅੱਗ ਆ ਇਹ ਥੋੜ੍ਹੀ ਸੁਲਗਦੀ ਰਹਿਣੀ ਆ। ਸਾਡੀ BC ਦੀ ਵੀ ਅੱਗ ਮਹੀਨਾ ਪਹਿਲਾਂ ਥੋੜ੍ਹੀ ਸੁਲਗ ਰਹੀ ਸੀ, ਹੁਣ ਉੱਥੇ ਭਾਂਬੜ ਮੱਚ ਰਹੇ ਨੇ, ਥੋੜ੍ਹੀ ਉੱਤੇ ਨੂੰ ਜਾ ਰਹੀ ਹੈ। ਅਸੀਂ ਨਹੀਂ ਚਾਹੁੰਦੇ ਵੀ ਉਹ ਸ਼ੋਲੇ ਬਣੇ। ਡਾਕਟਰ ਸਾਹਿਬ ਆਖਰੀ ਸਵਾਲ, ਮੁੜ ਕੇ ਦੁਬਾਰਾ ਕੋਵਿਡ ਜੇ ਉਨਾ ਵੱਧ ਜਾਂਦਾ ਜਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਜਾਂਦਾ ਜਿਹੜਾ ਅਪ੍ਰੈਲ ਦੇ ਵਿੱਚ ਕੈਨੇਡਾ ਜਾਂ BC ਦੇ ਵਿੱਚ ਸੀਗਾ, ਕੀ ਇਹ ਸਾਰਾ ਲੋਕਡਾਊਨ ਉਹਦੇ ਤੋਂ ਸਖਤ ਹੋ ਜਾਊਗਾ ਜਾਂ ਚੱਲੀ ਜਾਊਗਾ? ਦੇਖੋ ਅਸੀਂ ਲਰਨ ਕੀਤਾ ਵੀ ਲੋਕਡਾਊਨ ਜਿਹੜਾ ਹੈਗਾ ਉਹਦੇ ਨਾਲ ਕੇਸਿਸ ਤਾਂ ਘਟਦੇ ਆ। ਅਸੀਂ ਇਹ ਵੀ ਲਰਨ ਕੀਤਾ ਵੀ ਜਦੋਂ ਅਸੀਂ ਲੋਕਡਾਊਨ ਖੋਲ੍ਹਦੇ ਹਾਂ ਕੇਸਿਸ ਵੱਧਦੇ ਆ। ਸੋ ਸਿਲੈਕਟਿਵ ਲੋਕਡਾਊਨ ਸ਼ਾਇਦ ਹੋ ਸਕਦਾ, ਬਟ ਕੰਪਲੀਟ ਨਹੀਂ ਹੋਗਾ। ਜਿੱਦਾਂ ਅਸੀਂ 2 ਮਹੀਨੇ ਉਦੋਂ ਪਹਿਲਾਂ ਬਿਲਕੁਲ ਕੀਤਾ ਸੀ, ਉਹ ਨਹੀਂ ਹੋਊਗਾ, ਔਰ ਉਹ ਇਕਨੋਮਿਕਲੀ ਵੀ ਫੀਜ਼ੀਬਲ ਨਹੀਂ ਹੈਗਾ। ਜਿੱਦਾਂ ਜਰਮਨੀ, ਸਾਊਥ ਕੋਰੀਆ, ਇਹਨਾਂ ਦੇ ਵਿੱਚ ਜਦੋਂ ਵਾਇਰਸ ਦੇ ਕੇਸਿਸ ਵਧੇ ਵੀ, ਉਹਨਾਂ ਨੇ ਵੀ ਸਿਲੈਕਟਿਵ ਜਿਹੜੇ ਏਰੀਆ 'ਚ ਵੱਧ ਰਹੇ ਸੀ ਉੱਥੇ ਹੀ ਕੀਤਾ ਲੋਕਡਾਊਨ। ਪੂਰੀ ਕੰਟਰੀਆਂ ਸ਼ਟਡਾਊਨ ਨਹੀਂ ਹੋਈਆਂ ਜਿੱਦਾਂ ਪਹਿਲਾਂ ਹੋ ਗਈਆਂ ਸੀ, ਔਰ ਮੈਨੂੰ ਵੀ ਨਹੀਂ ਲੱਗਦਾ ਇੱਦਾਂ ਦੁਬਾਰਾ ਹੋਊਗਾ। ਔਰ ਇਹਦੇ ਵਿੱਚ ਅਸੀਂ ਇੱਕ ਲਰਨਿੰਗ ਫੇਜ਼ ਤੋਂ ਲੰਘੇ ਸੀ, ਅਸੀਂ ਲਰਨ ਕੀਤਾ। ਲੇਕਿਨ ਲੋਕਾਂ ਨੂੰ ਹੱਥ ਜੋੜ ਕੇ ਮੇਰੀ ਫੇਰ ਅਪੀਲ ਹੈ ਵੀ ਅਸੀਂ ਸਾਰੇ ਸੱਭੇ ਹੋਈਏ, ਕਿਉਂਕਿ ਮੇਰਾ ਸੁਭਾਅ ਤੁਹਾਨੂੰ ਅਫੈਕਟ ਕਰੂਗਾ, ਤੁਹਾਡਾ ਸੁਭਾਅ ਮੈਨੂੰ ਅਫੈਕਟ ਕਰੂਗਾ। ਅਸੀਂ ਕਿਉਂ ਨਾ ਉਹ ਚੇਨ ਆਫ ਰਿਐਕਸ਼ਨ ਜਿਹੜੀ ਪਹਿਲਾਂ ਤੋੜੀ ਸੀ, ਫੇਰ ਸੱਭਿਅ ਰੂਪ 'ਚ ਉਹਨੂੰ ਤੋੜ ਕੇ ਹੀ ਇਸ ਵਾਇਰਸ ਨੂੰ ਜਦ ਤੱਕ ਵੈਕਸੀਨ ਨਹੀਂ ਆਉਂਦੀ ਤਦ ਤੱਕ ਅਸੀਂ ਇਹ ਗੁਜ਼ਾਰਾ ਕਰੀਏ। ਵੈਕਸੀਨ ਆ ਰਹੀ ਹੈ, ਲੇਕਿਨ ਥੋੜ੍ਹਾ ਹੌਸਲਾ ਵਰਤੋ।
ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ। ਬਹੁਤ Thank ਬਹੁਤ you very ਧੰਨਵਾਦ, much। ਧੰਨਵਾਦ। ਸ਼ੁਕਰੀਆ ਜੀ। ਦੋਸਤੋ, ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਉਹਨਾਂ ਨਾਲ ਗੱਲਬਾਤ ਕੀਤੀ। ਬਹੁਤ ਸਾਰੇ ਮੁੱਦੇ, ਬਹੁਤ ਸਾਰੇ ਸਵਾਲ ਜਿਹੜੇ ਸਾਡੇ ਮਨ ਦੇ ਵਿੱਚ ਹੁੰਦੇ ਆ ਕੋਵਿਡ ਦੇ ਬਾਰੇ, ਅਸੀਂ ਲਗਭਗ ਹਰ ਹਫਤੇ ਹੀ ਉਹਨਾਂ ਦੇ ਨਾਲ ਅਪਡੇਟ ਜ਼ਰੂਰ ਲੈਂਦੇ ਹਾਂ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।